ਆਪਾਂ ਲੜੀਵਾਰ ਸੁਖਮਣੀ ਸਾਹਿਬ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਅਧੀਨ ਅੱਜ 17ਵੀਂ ਅਸ਼ਟਪਦੀ ਸ਼ਲੋਕ ਔਰ ਪਹਿਲੇ 4 ਪਦੇ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਇਹਦੇ ਵਿੱਚ ਵਾਰ-ਵਾਰ ਇੱਕ ਸ਼ਬਦ ਵਰਤਿਆ, ਸਤ। ਸੱਚ ਸ਼ਬਦ ਵੀ ਵਰਤਿਆ ਗਿਆ ਹੈ। ਆਮ ਤੌਰ ਤੇ ਸੱਚ ਦੇ ਅਰਥ ਸਿੱਧੇ ਸਾਦੇ ਨਿਕਲਦੇ ਨੇ। ਸੱਚ ਬੋਲਣਾ, ਮੂੰਹ ਤੋਂ ਸੱਚ ਕਹਿਣਾ, ਜੋ ਗੱਲ ਹੈ ਉਹਨੂੰ ਹੂ ਬਹੂ ਕਹਿਣਾ, ਉਹਦੇ ਵਿੱਚ ਨਾ ਘਾਟਾ ਕਰਨਾ ਨਾ ਉਹਦੇ ਵਿੱਚ ਕੁਝ ਹੋਰ ਪਾਉਣਾ, ਉਹਨੂੰ ਸੱਚ ਕਿਹਾ ਜਾਂਦਾ। ਜਿਸ ਗੱਲ ਨੂੰ ਕਰਦਿਆਂ, ਉਚਾਰਨ ਕਰਦਿਆਂ ਅਸੀਂ ਆਪਣੇ ਕੋਲੋਂ ਵਿੱਚ ਕੁਝ ਮਿਲਾਉਂਦੇ ਹਾਂ ਜਾਂ ਉਹਦੇ ਵਿੱਚੋਂ ਕੁਝ ਕੱਢ ਲਿਆ ਜਾਂਦਾ, ਉਹਨੂੰ ਕਹਿੰਦੇ ਝੂਠ ਬੋਲਿਆ ਗਿਆ। ਗੁਰਬਾਣੀ ਵਿੱਚ ਇਸ ਸੱਚ ਤੇ ਝੂਠ ਬਾਰੇ ਵੀ ਬਹੁਤ ਸਾਰੇ ਸ਼ਬਦ ਆਉਂਦੇ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਉੱਥੇ ਇਹ ਸੱਚ ਬੋਲਣ ਨਾਲ ਸੰਬੰਧਿਤ ਹੈ ਔਰ ਇਹਨੂੰ ਧਾਰਨ ਕਰਨ ਦੀ ਅਤ ਲੋੜ ਹੈ। ਸੱਚ ਨਾਲ ਸਿਰਫ ਉਹੀ ਬਿਆਨ ਕਰਨਾ ਜੋ ਹੈ, ਇਹ ਬਹੁਤ ਔਖਾ ਹੈ। ਇਹਦੇ ਵਾਸਤੇ ਬੜੀ ਵੱਡੀ ਹਿੰਮਤ ਚਾਹੀਦੀ। ਆਪਣੇ ਕੋਲੋਂ ਕੁਝ ਮਿਲਾਉਣਾ ਨਹੀਂ, ਆਪਣੇ ਕੋਲੋਂ ਕੁਝ ਕੱਢਣਾ ਨਹੀਂ, ਜੋ ਹੂ ਬਹੂ ਸੱਚ ਹੈ ਉਹਨੂੰ ਕਹਿ ਦੇਣਾ। ਇਹ ਇੱਕ ਬੜੀ ਵੱਡੀ ਸਾਧਨ ਹੈ। ਤੇ ਸਾਰੇ ਹੀ ਜਿੰਨੇ ਆਚਾਰ ਨੇ ਧਰਮਾਂ ਦੇ, ਮਰਿਆਦਾ ਨੇ, ਕੋਈ ਪੂਜਾ ਕਰਦਾ, ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਆਪਣੇ ਤੀਰਥਾਂ ਤੇ ਜਾ ਕੇ ਨਿਵਾਸ ਕਰਦਾ, ਕੋਈ ਖਾਣਾ ਪੀਣਾ ਘੱਟ ਕਰ ਦਿੰਦਾ, ਕੋਈ ਵੇਖਦਾ ਵਹਿੰਦਾ ਨਹੀਂ ਕਿਸੇ ਵੱਲ, ਕੋਈ ਮੌਨ ਧਾਰੀ ਹੋ ਜਾਂਦਾ, ਬੋਲਦਾ ਨਹੀਂ, ਕੋਈ ਭੰਡਾਰੇ ਲਾ ਦਿੰਦਾ, ਕੋਈ ਲੰਗਰ। ਇਹ ਸਾਰੇ ਕਰਮ ਨੇ ਧਰਮ ਦੇ। ਸਤਿਗੁਰੂ ਨੇ ਕਿਹਾ ਇਹਨਾਂ ਸਾਰਿਆਂ ਤੋਂ ਇੱਕ ਉੱਚਾ ਕਰਮ ਹੈ, ਜਿਹਨੇ ਉਹ ਕਰ ਲਿਆ ਸਾਰੇ ਕਰਮ ਉਹਦੇ ਦਾਸ ਬਣ ਗਏ। ਉਹ ਕਿਹੜਾ ਕਰਮ ਹੈ? ਗੁਰੂ ਸਾਹਿਬ ਕਹਿੰਦੇ ਸੱਚੋ ਉਰੈ ਸਭ ਕੋ ਉਪਰ ਸੱਚ ਆਚਾਰ। ਸਭ ਤੋਂ ਵੱਡਾ ਆਚਾਰ, ਸਭ ਤੋਂ ਵੱਡੀ ਮਰਿਆਦਾ ਸੱਚ ਬੋਲਣਾ ਹੈ, ਸੱਚ ਤੇ ਤੁਰਨਾ ਹੈ। ਇਹ ਜੇ ਕੋਈ ਕਮਾ ਲਵੇ, 1 ਮਹੀਨੇ ਵਿੱਚ ਉਹਨੂੰ ਆਪਣੀ ਜ਼ਿੰਦਗੀ ਵਿੱਚ ਆਏ ਪਲਟੇ ਦਾ ਤਜਰਬਾ ਹੋਣਾ ਸ਼ੁਰੂ ਹੋ ਜਾਏ, ਜਿਹੜਾ ਕਈ ਜਪਾਂ ਨਾਲ ਤਪਾਂ ਨਾਲ ਨਹੀਂ ਸੀ ਹੋਇਆ। ਗੱਲ ਉਹ ਹੀ ਕਹਿਣੀ ਜੋ ਹੈ ਸੀ, ਉਹਦੇ ਵਿੱਚ ਮਿਲਾਵਟ ਨਹੀਂ ਕਰਨੀ। ਖਾਲਸਾ ਕਿਹਨੂੰ ਕਿਹਾ ਗਿਆ? ਖਾਲਸ ਦੇ ਅਰਥ ਕੀ ਨੇ? ਤੁਸੀਂ ਪੜ੍ਹੋਗੇ ਖਾਲਸ ਦੇਸੀ ਘਿਓ। ਖਾਲਸ ਦਾ ਮਤਲਬ ਇਹਦੇ ਵਿੱਚ ਲੱਸੀ ਕੋਈ ਨਹੀਂ ਹੋਣੀ, ਕੱਲਾ ਘਿਓ ਬਿਲਕੁਲ। ਖਾਲਸੇ ਦਾ ਅਰਥ ਹੈ ਸਿਰਫ ਆਦਮੀ ਜਿਹੜਾ ਰੱਬ ਨੇ ਬਣਾਇਆ ਸੀ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਣ, ਨਾ ਉਹਦੇ ਵਿੱਚ ਕੋਈ ਮੈਂ ਹਉਮੈ, ਨਾ ਉਹਦੇ ਵਿੱਚ ਕੋਈ ਈਰਖਾ, ਨਾ ਉਹਦੇ ਵਿੱਚ ਲੋਭ, ਨਾ ਮੋਹ, ਨਾ ਕਾਮ, ਨਾ ਹੰਕਾਰ। ਉਹਨੂੰ ਕਹਿੰਦੇ ਖਾਲਸਾ ਸ਼ੁੱਧ ਹੈ। ਜਦੋਂ ਉਹਦੇ ਵਿੱਚ ਮਿਲਾਵਟ ਹੋਣੀ ਹੋ ਜਾਏ ਸ਼ੁਰੂ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਇਹ ਅਸ਼ੁੱਧ ਹੋ ਗਿਆ, ਖਾਲਸੇ ਤੋਂ ਇਹ ਖਾਲਸ ਨਹੀਂ ਰਿਹਾ। ਤਾਂ ਸੱਚ ਬੋਲਣਾ ਇੱਕ ਬੜੀ ਵੱਡੀ ਮਰਿਆਦਾ ਹੈ। ਇਸ ਸੱਚ ਨੂੰ ਬੋਲਣ ਵਾਸਤੇ ਪਹਿਲਾਂ ਸੱਚ ਨੂੰ ਜਪਣਾ ਪੈਂਦਾ, ਤਾਂ ਪਾਵਰ ਬਣਦੀ ਅੰਦਰ ਸੱਚ ਬੋਲਣ। ਸਿੱਧੀ ਨਹੀਂ, ਸੋਚ ਸੋਚ ਕੇ, ਸਮਝ ਸਮਝ ਕੇ ਸੱਚ ਨਹੀਂ ਬੋਲਿਆ ਜਾਂਦਾ। ਸੱਚ ਜਿੰਨੇ ਇਹ 3 ਹਿੱਸੇ ਕਰ ਲਈਏ, ਪਹਿਲਾਂ ਸੱਚ ਜਪਣਾ, ਫਿਰ ਸੱਚ ਬੋਲਣਾ ਤੇ ਫਿਰ ਸੱਚ ਪਹਿਚਾਨਣਾ, ਉਹ ਤੀਜੀ ਗੱਲ ਹੈ। ਉਹ ਅੱਗੇ ਹੈ ਸੱਚ ਕੀ ਹੈ। ਪਹਿਲਾਂ ਸੱਚ ਨੂੰ ਜਪਿਆ ਜਾਂਦਾ ਹੈ, ਤਾਂ ਹੀ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ। ਪਹਿਲਾਂ ਜਪੇਗਾ ਤੇ ਅੰਦਰ ਪਾਵਰ ਬਣੇਗੀ ਤੇਰੇ। ਤੂੰ ਜਿਵੇਂ ਇੱਕ ਪਹਿਲਵਾਨ ਸਿੱਧੀ ਖੁਰਾਕ ਖਾਏ ਤੇ ਉਹਦੇ ਵਿੱਚ ਤਾਕਤ ਨਹੀਂ ਬਣਦੀ, ਸਰੀਰ ਵਿੱਚ ਖੁਰਾਕ ਖਾਈ ਜਾਂਦਾ ਹੈ, ਸਰੀਰ ਦੇ ਵਿੱਚ ਉਹ ਤਾਕਤ ਨਹੀਂ ਬਣਦੀ। ਉਹ ਸਰੀਰ ਵੇਖਣ ਨੂੰ ਮੋਟਾ ਤਾਜ਼ਾ ਲੱਗਦਾ ਹੈ,
ਪਰ ਉਹਦੇ ਵਿੱਚ ਸ਼ਕਤੀ ਨਹੀਂ ਬਣਦੀ। ਉਹ ਖੁਰਾਕ ਖਾ ਕੇ ਉਸ ਨੂੰ ਵਰਗਿਸ਼ ਕਰਨੀ ਪੈਂਦੀ, ਐਕਸਰਸਾਈਜ਼ ਕਰਨੀ, ਅਭਿਆਸ, ਕਈ 100 ਡੰਡ ਬੈਠਕਾਂ ਕੱਢਣੀਆਂ ਪੈਂਦੀਆਂ, ਕਈ ਮੀਲ ਭੱਜਣਾ ਪੈਂਦਾ, ਦੌੜਨਾ ਪੈਂਦਾ। ਉਹ ਖੁਰਾਕ ਫਿਰ ਉਹਦੇ ਸਰੀਰ ਦੇ ਵਿੱਚ ਸੂਖਸ਼ਮ ਹੋ ਕੇ ਟਿਕ ਜਾਂਦੀ ਹੱਡੀਆਂ ਵਿੱਚ। ਇਸੇ ਤਰ੍ਹਾਂ ਗੁਰਸਿੱਖ, ਗੁਰਬਾਣੀ ਸਿੱਖ ਦੀ ਖੁਰਾਕ ਹੈ, ਗੁਰਬਾਣੀ ਸਮਝਣੀ ਖੁਰਾਕ ਹੈ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਸਮਝ ਲੈਣਾ ਖੁਰਾਕ ਹੈ। ਪਰ ਇੱਕ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ, ਖੁਰਾਕ ਪਹੁੰਚਾਉਣ ਵਾਸਤੇ ਇਹ ਅਭਿਆਸ ਵੀ ਜ਼ਰੂਰੀ ਹੈ ਕਿ ਸਿੱਖ ਉਹਨੂੰ ਰੋਜ਼ ਪੜ੍ਹੇ, ਉਸ ਬਾਣੀ ਨੂੰ ਉਚਾਰਨ ਕਰੇ, ਬੋਲੇ ਉਸ ਨੂੰ। ਸਿੱਖ ਨਾਮ ਨੂੰ ਸਮਝੇ ਵੀ ਤੇ ਨਾਮ ਨੂੰ ਬੋਲੇ ਵੀ। ਇੱਥੇ ਆ ਕੇ ਦੋ ਹਿੱਸੇ ਹੋ ਗਏ ਨੇ ਸਾਡੀ ਕੌਮ ਵਿੱਚ। ਇੱਕ ਕਹਿੰਦੇ ਨੇ ਕੱਲਾ ਜਪੀ ਚੱਲੋ, ਇੱਕ ਕਹਿੰਦੇ ਨੇ ਜਪਣ ਦੀ ਲੋੜ ਹੀ ਨਹੀਂ, ਸਮਝ ਲਓ ਬਸ ਗੁਰਬਾਣੀ ਕੀ ਕਹਿ ਰਹੀ। ਹਾਂ, ਮੈਂ ਪਹਿਲੇ ਨਾਲ ਥੋੜ੍ਹਾ ਜਿਹਾ ਸਹਿਮਤ ਹਾਂ। ਪਿਆਰ ਨਾਲ ਜਪੋ, ਸਮਝ ਆਉਣੀ ਸ਼ੁਰੂ ਹੋ ਜਾਏਗੀ, ਗੁਰਬਾਣੀ ਦਾ ਨਿਯਮ ਹੈ। ਪਰ ਉਨੀ ਹਿੰਮਤ ਕਿਸੇ ਬਿਰਲੇ ਬੰਦੇ ਵਿੱਚ ਹੁੰਦੀ ਹੈ। ਸਮਝਣਾ ਚੰਗਾ ਹੈ, ਸਮਝ ਲੈਣਾ ਚਾਹੀਦਾ। ਇਸ ਕਰਕੇ ਪਹਿਲਾਂ ਜਿਨ੍ਹਾਂ ਨੇ ਸੱਚ ਜਪਿਆ, ਫਿਰ ਉਹਨਾਂ ਨੇ ਸੱਚ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਉਹ ਸੱਚ ਬੋਲਣਾ ਕਠਿਨ ਬੜਾ। ਇੱਕ ਥਾਂ ਤੇ ਐਸਾ ਵਕਤ ਆ ਜਾਂਦਾ ਜੇ ਸੱਚ ਬੋਲਦਾ ਤੇ ਉਹਦਾ ਕੋਈ ਨਾ ਕੋਈ ਨੁਕਸਾਨ ਹੁੰਦਾ। ਸੱਚ ਬੋਲਿਆ ਕਿਤੇ ਧਨ ਘਟਦਾ, ਕਿਤੇ ਹਉਮੈ ਨੂੰ ਸੱਟ ਲੱਗਦੀ। ਆਮ ਤੌਰ ਤੇ ਤੁਸੀਂ ਵੇਖੋਗੇ ਅਸੀਂ ਝੂਠ ਹੀ ਤੇ ਸਿਖਾਉਂਦੇ ਹਾਂ। ਇੱਕ ਤੇ ਉਹ ਥਾਂ ਹੁੰਦੀ ਜਿੱਥੇ ਝੂਠ ਬੋਲਣਾ ਇੱਕ ਮੁਸੀਬਤ ਬਣ ਜਾਂਦਾ ਹੈ। ਸਾਧ ਸੰਗਤ ਦੀ ਝੂਠ ਬੋਲਣਾ ਹੁਣ ਤਾਂ ਰਿਵਾਜ ਬਣ ਗਿਆ, ਮੁਸੀਬਤ ਨਹੀਂ। ਮੁਸੀਬਤ ਹੋਰ ਚੀਜ਼ ਹੈ, ਰਿਵਾਜ ਹੋਰ ਹੈ। ਹੁਣ ਵੈਸੇ ਹੀ ਸਾਨੂੰ ਕੋਈ ਪੁੱਛਦਾ ਆਇਆ ਕਿੱਧਰੋਂ ਹੈ, ਆਏ ਜਲੰਧਰੋਂ ਆ, ਕਹਿੰਦੇ ਆ ਗੋਬਿੰਦਗੜ੍ਹ ਤੋਂ ਆਏ ਆ। ਇਹ ਸਾਡਾ ਰਿਵਾਜ ਹੈ। ਸੱਚ ਝੂਠ ਬੋਲਣਾ ਜ਼ਰੂਰੀ ਹੈ। ਭੇਤ ਨਹੀਂ ਦੇਣਾ ਕਿਸੇ ਨੂੰ, ਆਪਣਾ ਦੱਸਣਾ ਨਹੀਂ। ਇਸ ਤਰ੍ਹਾਂ ਦਾ ਇਹ ਝੂਠ ਦੀ ਪ੍ਰਕਿਰਿਆ ਚੱਲਦੀ ਹੈ। ਇਹਦੇ ਸਾਰੇ ਕੁਝ ਦੇ ਇਉਂ ਕਹਿ ਲਓ, ਸਾਡੀ ਫਿਰ ਜ਼ਿੰਦਗੀ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਕੋਈ ਆਦਮੀ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਹਾਥੀ ਉੱਧਰੋਂ ਨਹਾਉਂਦਾ ਹੈ ਤੇ ਉੱਧਰੋਂ ਮਿੱਟੀ ਵਿੱਚ ਲੇਟੀ ਜਾਂਦਾ, ਫਿਰ ਇਸ਼ਨਾਨ ਕਰਦਾ, ਫਿਰ ਲੇਟ ਲੈਂਦਾ। ਯਾਨੀ ਕਿ ਜੇ ਕੋਈ ਵਿਅਕਤੀ ਘਰ ਨੂੰ ਉੱਧਰੋਂ ਤੇ ਸਾਫ਼ ਕਰੀ ਜਾਏ, ਉੱਧਰੋਂ ਧੋਈ ਜਾਏ ਤੇ ਨਾਲੇ ਮਿੱਟੀ ਵਿੱਚ ਲਈ ਜਾਏ ਪੈਰਾਂ ਨਾਲ। ਪਰਹੇਜ਼ ਬੜਾ ਜ਼ਰੂਰੀ ਹੈ। ਪਰਹੇਜ਼ ਤੋਂ ਬਿਨਾਂ ਕਮਾਈ ਵੀ ਕੰਮ ਨਹੀਂ ਆਉਂਦੀ। ਇਸ ਕਰਕੇ ਸਤਿਗੁਰੂ ਕਹਿੰਦੇ ਸੱਚ ਦੂਜਾ ਹੈ ਸੱਚ ਬੋਲਣਾ। ਤੇ ਜਿਹਦੀ ਅੱਜ ਗੱਲ ਕਰ ਰਹੇ ਨੇ, ਇਹ ਸਤ ਆਪ ਸਤ ਕੀਆ ਪ੍ਰਭ ਸਤ, ਸਭ ਸਤ ਜਾਂ ਆਦ ਸੱਚ ਜੁਗਾਦ ਸੱਚ। ਧਿਆਨ ਦਿਓ, ਇਹ ਸੱਚ ਬੋਲਣ ਨਾਲ ਸੰਬੰਧਿਤ ਨਹੀਂ। ਇਹ ਤੀਜਾ ਸੱਚ ਹੈ ਜਿਹਦੇ ਅਰਥ ਹੋਣਗੇ ਸਦਾ ਕਾਇਮ ਰਹਿਣ ਵਾਲੀ ਚੀਜ਼, ਜਿਹੜੀ ਕਦੀ ਖਤਮ ਨਹੀਂ ਹੁੰਦੀ। ਇੱਥੇ ਸੱਚ ਦੇ ਹੁਣ ਆਪ ਜੀ ਦੇ ਸਮਝ ਆ ਗਿਆ ਹੋਵੇਗਾ ਸੱਚ ਤਿੰਨ ਤਰ੍ਹਾਂ ਦਾ ਕਿਹੜਾ ਹੈ। ਇੱਕੋ ਹੀ ਹੈ। ਪਹਿਲਾ ਹੈ ਸੱਚ ਨੂੰ ਜਪਣਾ। ਬਾਣੀ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਬਾਣੀ ਸੱਚ ਹੈ। ਦੂਜਾ ਸੱਚ ਬੋਲਣਾ। ਤੇ ਤੀਸਰਾ ਹੈ ਗੁਰੂ ਕੇ ਸਵਾਰਿਓ ਸੱਚ ਨੂੰ ਪਹਿਚਾਨ ਲੈਣਾ, ਆਪਣੇ ਵਿੱਚੋਂ ਵੇਖ ਲੈਣਾ। ਸਾਡਾ ਜੀਵਨ ਦੋ ਚੀਜ਼ਾਂ ਦੇ ਰਲੇਵੇਂ ਨਾਲ ਬਣਿਆ ਹੈ, ਧਿਆਨ ਦੇਣਾ। ਉਹ ਦੋ ਚੀਜ਼ਾਂ, ਉਹ ਦੋ ਵਸਤੂਆਂ ਕਿਹੜੀਆਂ ਨੇ? ਸਾਨੂੰ ਮਿਕਸ ਕੀਤਾ ਗਿਆ, ਸਾਨੂੰ ਰਲਾਇਆ ਗਿਆ। ਕਾਹਦੇ ਨਾਲ? ਅਸੀਂ ਸੱਚ ਤੇ ਝੂਠ ਦਾ ਜੋੜ ਹਾਂ, ਖਿਆਲ ਰੱਖਣਾ। ਇੱਥੇ ਝੂਠ ਦਾ ਅਰਥ ਝੂਠ ਬੋਲਣਾ ਨਹੀਂ। ਫਿਰ ਮੈਂ ਕਹਿ ਦੇ, ਸਾਡਾ ਜੀਵਨ ਕਾਹਦੇ ਨਾਲ ਚੱਲ ਰਿਹਾ ਹੈ? ਸੱਚ ਤੇ ਝੂਠ ਨੂੰ ਗੁੰਨਿਆ ਗਿਆ ਇਕੱਠਾ ਕਰਕੇ। ਝੂਠ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ। ਹਜ਼ੂਰ ਕਹਿੰਦੇ ਨੇ ਤੇਰੀ ਕਾਇਆ ਝੂਠ ਹੈ, ਤੇਰਾ ਸਰੀਰ ਝੂਠਾ ਹੈ, ਇਹਨੇ ਬਿਨਸ ਜਾਣਾ ਹੈ। ਭਗਤ ਜੀ ਕਹਿੰਦੇ ਨੇ ਤੁਝੈ ਸੁਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਬ ਜਾਹੇ। ਤੂੰ ਕਾਏ ਗਰਬੈ ਬਾਵਲੀ, ਜੈਸੇ ਭਾਦੋਂ ਖੂਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਦੇਹ ਸੱਚੀ ਨਹੀਂ ਹੈ, ਦੇਹ ਝੂਠੀ ਹੈ। ਦੇਹ ਤੇ ਦੱਸ ਰਹੀ ਹੈ, ਆਏ ਸਾਲ ਬਾਅਦ ਸਾਨੂੰ ਖਬਰ ਦੇ ਰਹੀ ਹੈ, ਦੱਸ ਰਹੀ ਹੈ। ਜਦੋਂ ਸਾਡੇ ਸਰੀਰ ਤੇ ਸਾਧ ਸੰਗਤ ਜੀ ਵੇਖੋ ਕਿਵੇਂ ਤਬਦੀਲੀ ਆਉਂਦੀ ਆਏ ਸਾਲ। ਹਰ ਇੱਕ ਚੀਜ਼ ਬਦਲਦੀ ਜਾਂਦੀ, ਸਰੀਰ ਚੇਂਜ ਆਉਂਦਾ ਜਾਂਦਾ। ਹਰ ਇੱਕ ਸਰੀਰ ਦੇ ਕੇਸ ਸਾਨੂੰ ਦੱਸਦੇ ਨੇ। ਭਗਤ ਜੀ ਕਹਿੰਦੇ ਨੇ ਭਵਰ ਗਏ ਬੱਗ ਬੈਠੇ ਆਏ,
ਰੈਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬੱਗ ਬੈਠੇ ਆਏ। ਰੈਣ ਦਾ ਅਰਥ ਹੈ ਜਵਾਨੀ, ਰੈਣ ਦਾ ਅਰਥ ਰਾਤ ਕਾਲੀ ਹੁੰਦੀ। ਇੱਥੇ ਰੈਣ ਦੇ ਅਰਥ ਨੇ ਜਦੋਂ ਵਾਲ ਕਾਲੇ ਹੁੰਦੇ ਨੇ। ਦਿਨ ਦਾ ਅਰਥ ਹੈ ਚਿੱਟੇ ਵਾਲ, ਬੁਢੇਪਾ। ਕਹਿੰਦੇ ਜਵਾਨੀ ਤੇ ਚਲੀ ਗਈ, ਕਿਤੇ ਬੁਢੇਪਾ ਵੀ ਵਿਅਰਥ ਚਲਾ ਜਾ। ਰੈਣ ਗਈ ਮਤ ਦਿਨ ਵੀ ਜਾਏ, ਭਵਰ ਗਏ। ਭਵਰ ਦਾ ਭਵਰੇ ਜਿਹੜੇ ਕਾਲੇ ਹੁੰਦੇ ਨੇ। ਬੱਗ ਬੈਠੇ ਆਏ, ਚਿੱਟੇ ਰੰਗ ਦੇ ਬਗਲੇ, ਚਿੱਟੇ ਕੇਸ ਆ ਗਏ। ਇਹ ਜਿਹੜੀ ਕੁਦਰਤ ਹੈ ਨਾ, ਸਾਨੂੰ ਖਬਰ ਦਿੰਦੀ। ਪਹਿਲਾ ਚਿੱਟਾ ਵਾਲ ਆਉਂਦਾ ਤੇ ਘੰਟੀ ਵੱਜ ਜਾਂਦੀ, ਥੋੜਾ ਜਿਹਾ ਸਾਇਰਨ ਵੀ ਸੁਚੇਤ ਹੋ ਸੱਜਣਾ, ਅੱਧੀ ਲੰਘ ਗਈ, ਅੱਗੇ ਵੇਖ। ਪਰ ਅਸੀਂ ਕਈ ਵਾਰੀ ਘੰਟੀ ਨੂੰ ਸਾਈਲੈਂਟ ਕਰ ਦਿੰਦੇ। ਤੁਸੀਂ ਵੇਖਿਆ ਹੋਣਾ, ਸਾਈਲੈਂਟ ਹੈ। ਸਾਈਲੈਂਟ ਕਰਨ ਦੇ ਪ੍ਰਬੰਧ ਕਰਨੇ ਆ, ਰੰਗ ਦੀਆਂ ਡੱਬੀਆਂ ਰੱਖਣੇ ਆ, ਜਾਂ ਕਈ ਤੇ ਪੋਟੀ ਦਿੰਦੇ ਨੇ ਵੀ ਘੰਟੀ ਨੂੰ ਬੰਦ ਕਰੋ, ਕਿਉਂ ਵੱਜਦੀ ਹੈ। ਪਰ ਉਹਦੇ ਨਾਲ ਹੱਲ ਨਹੀਂ ਹੋਣਾ। ਉਹ ਪ੍ਰਬੰਧ ਅੰਦਰ ਦਾ ਕੋਈ, ਉੱਥੋਂ ਪਤਾ ਲੱਗ ਜਾਣਾ, ਸਮਝ ਨਹੀਂ ਆਉਣੀ। ਹੁਣ ਤੇ ਵੈਸੇ ਬਹੁਤੇ ਲੋਕਾਂ ਦੀ ਪਹਿਚਾਣ ਅੱਗੋਂ ਨਹੀਂ ਆਉਂਦੀ। ਸਾਧ ਸੰਗਤ ਧੌਣ ਵੱਲੋਂ ਵੇਖੋ ਤੇ ਪਤਾ ਲੱਗਦਾ ਬੁਢੇਪਾ ਆ ਗਿਆ। ਬੜੀਆਂ ਘੰਟੀਆਂ ਅਸੀਂ ਲੁਕਾਉਂਦੇ ਹਾਂ, ਪਰ ਉਹ ਭਵਰ ਗਏ ਬੱਗ ਬੈਠੇ ਆਏ। ਸਮਾਂ ਤੁਰਦਾ ਜਾਂਦਾ ਹੈ। ਕਾਇਆ ਮੇਰਾ ਵਿਸ਼ਾ ਸਿਰਫ ਇਹ ਕਿ ਝੂਠ ਨੂੰ ਸੱਚ ਨਾਲ ਜੋੜ ਕੇ ਜਿੰਦਾ ਕੀਤਾ ਗਿਆ। ਮਿੱਟੀ ਨੂੰ ਹੈ ਤੇ ਮਿੱਟੀ ਨਾ, ਸਰੀਰ ਜਿਹੜਾ ਹੈ ਇਹਦੇ ਵਿੱਚ ਇੱਕ ਸੱਚ ਪਾਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਸ ਝੂਠੀ ਦੇਹ ਦੇ ਵਿੱਚ ਸੱਚ ਹੈ। ਉਹਨੂੰ ਜੋਤ ਕਿਹਾ, ਤੇ ਜਦੋਂ ਉਹ ਖਿੱਚ ਲਈ ਵਾਹਿਗੁਰੂ ਨੇ, ਉਦੋਂ ਕੋਈ ਤੁਰ ਨਹੀਂ ਸਕਦਾ, ਉਦੋਂ ਕੋਈ ਵੇਖ ਨਹੀਂ ਸਕਦਾ। ਅੰਗ ਸਾਰੇ ਕੋਲ ਹੁੰਦੇ। ਜੇ ਅੰਗਾਂ ਨਾਲ ਵੇਖਿਆ ਜਾ, ਅਸੀਂ ਕਹਿੰਦੇ ਅੱਖਾਂ ਵੇਖਦੀਆਂ ਨੇ, ਬਿਲਕੁਲ ਝੂਠ ਹੈ। ਅੱਖਾਂ ਕਿਵੇਂ ਦੇਖਦੀਆਂ ਨੇ? ਅਸੀਂ ਕਹਿੰਦੇ ਹਾਂ ਕੰਨਾਂ ਨਾਲ ਸੁਣਿਆ ਜਾਂਦਾ ਹੈ, ਅਸੀਂ ਕਹਿੰਦੇ ਰਸਨਾ ਨਾਲ ਬੋਲਿਆ ਜਾਂਦਾ, ਅਸੀਂ ਕਹਿੰਦੇ ਪੈਰਾਂ ਨਾਲ ਤੁਰਿਆ ਜਾਂਦਾ, ਹੱਥਾਂ ਨਾਲ ਕੰਮ ਕਰੀਦਾ। ਇਹ ਅਸੀਂ ਬਾਹਰੋਂ ਵੇਖਿਆ। ਅਸਲ ਵਿੱਚ ਹੱਥ ਕੰਮ ਨਹੀਂ ਕਰ ਸਕਦੇ ਜਿੰਨਾ ਚਿਰ ਹੱਥਾਂ ਵਿੱਚ ਜੋਤ ਨਹੀਂ, ਪਰਮਾਤਮਾ ਨਹੀਂ। ਪੈਰ ਤੁਰ ਨਹੀਂ ਸਕਣਗੇ ਜਿੰਨਾ ਚਿਰ ਉਹ ਵਿੱਚ ਵਰਤ ਨਹੀਂ ਰਿਹਾ। ਅੱਖਾਂ ਦੇਖ ਨਹੀਂ ਸਕਦੀਆਂ ਉਹਦੀ ਤਾਕਤ ਤੋਂ ਬਿਨਾਂ, ਕੰਨ ਸੁਣ ਨਹੀਂ ਸਕਦੇ, ਰਸਨਾ ਬੋਲ ਨਹੀਂ ਸਕਦੀ। ਸਚਾਈ ਤਾਂ ਇਹ ਹੈ ਕਿ ਦੇਹ ਦੇ ਜਿਹੜੇ ਭੋਗ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੰਸਾਰਕ ਭੋਗ, ਸਰੀਰ ਦੇ ਭੋਗ ਵੀ ਆਤਮਾ ਤੋਂ ਬਿਨਾਂ ਨਹੀਂ ਹੋ ਸਕਦੇ। ਇਹ ਵੀ ਸਰੀਰ ਦੇ ਭੋਗ ਨਹੀਂ ਹਨ। ਇੱਕ ਮੁਰਦੇ ਨੂੰ ਕਹੋ ਸ਼ਰਾਬ ਪੀ ਕੇ ਦਿਖਾਏ, ਪਿਆ ਹੋਇਆ ਮੰਜੇ ਤੇ, ਉਹਦੇ ਕੋਲ ਮਹਿੰਗੀ ਤੋਂ ਮਹਿੰਗੀ ਸ਼ਰਾਬ ਰੱਖੋ, ਉਹਦੇ ਕੋਲ ਸਾਧ ਸੰਗਤ ਦੀ ਅੰਗੂਰਾਂ ਦੀ ਬਣੀ ਹੋਰ ਕਈ ਪ੍ਰਕਾਰ ਦੀ ਕੱਢੀ ਹੋਈ ਸਜਾ ਕੇ ਰੱਖ ਦਿਓ, ਤੂੰ ਉਹਨੂੰ ਕਹੇ ਵੀ ਸੱਜਣਾ ਤੂੰ ਬੜਾ ਸ਼ੌਕੀਨ ਸੈਂ ਪੀਣ ਦਾ, ਤੇ ਤੂੰ ਸਾਰੀ ਉਮਰ ਰੂੜੀ ਮਾਰਕਾ ਪੀਂਦਾ ਰਿਹਾ, ਹੁਣ ਤੇ ਬਹੁਤ ਮਹਿੰਗੀ ਪਈ, ਉੱਠ ਕੇ ਪੀ। ਕੌਣ ਪੀਵੇ? ਦੇਹ ਤੇ ਉੱਥੇ ਪਈ ਹੋਈ ਹੈ, ਪੀਣ ਵਾਲੀ ਵਿਚਲਾ ਨਿਕਲ ਗਿਆ, ਸਹਾਰਾ ਦੇਣ ਵਾਲਾ ਉਹ ਪਾਸੇ ਹੋ ਗਿਆ। ਇਸ ਕਰਕੇ ਸੰਸਾਰ ਦੇ ਭੋਗ ਵੀ ਆਤਮਾ ਤੋਂ ਬਿਨਾਂ ਨਹੀਂ, ਜਿਹਨੂੰ ਅਸੀਂ ਭੁਲਾ ਕੇ ਬੈਠ ਗਏ। ਜਦੋਂ ਕੋਈ ਮਨੁੱਖ ਦੀ ਦੇਹ ਵਿੱਚੋਂ ਜਿੰਦ ਨਿਕਲ ਗਈ, ਉਸ ਵੇਲੇ ਉਹਦੀ ਅੱਖ ਕੋਲ ਹੁੰਦੀ ਹੈ, ਦੇਖ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਇਸ ਝੂਠੀ ਦੇਹ ਦੇ ਵਿੱਚ ਵਰਤਦੇ ਸੱਚ ਨੂੰ ਵੇਖਣ ਦਾ ਯਤਨ ਕਰ। ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਇਹ ਏਮ ਹੈ, ਨਿਸ਼ਾਨਾ ਹੈ ਕਿ ਮਨੁੱਖ ਆਪਣੀ ਦੇਹ ਦੇ ਵਿੱਚ ਵਰਤ ਰਹੇ ਉਸ ਤੱਤ ਨੂੰ ਲੱਭ ਲਵੇ, ਇਸ ਬੋਡੀ ਦੇ ਉਸ ਵਿਗਿਆਨ ਨੂੰ ਜਾਣ ਲਵੇ ਕਿ ਕੌਣ ਚਲਾ ਰਿਹਾ ਇਸ। ਜਿਸ ਨੇ ਇਸ ਦੇਹ ਨੂੰ ਚੰਗੀ ਤਰ੍ਹਾਂ ਵੇਖਿਆ, ਔਰ ਅਸਲ ਵਿੱਚ ਮੈਂ ਬੇਨਤੀ ਕਰਾਂ, ਜਿਸ ਗੁਰੂ ਨੂੰ ਆਪ ਮੱਥਾ ਟੇਕਦੇ ਹੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕਹਿੰਦੇ ਨੇ ਮੇਰਾ ਸਿੱਖ ਉਹ ਜਿਹੜਾ ਦੇਹ ਦੀ ਖੋਜ ਕਰਦਾ ਹੈ। ਇਹ ਨਹੀਂ ਕਿ ਸਾਰੀ ਦੁਨੀਆ ਦੀ ਖੋਜ ਕਰਦਾ ਤੇ ਦੇਹ ਬਾਰੇ ਨਹੀਂ ਖੋਜਦਾ, ਉਹ ਸਿੱਖ ਨਹੀਂ ਹੈ। ਹਰ ਲਾਦਾ ਦੇਹ ਟੋਲੀਆ, ਸਰੀਰ ਨੂੰ ਖੋਜ ਕੇ ਹੀ ਉਹ ਸੱਚ ਨੂੰ ਲੱਭਿਆ ਜਾ ਸਕਦਾ ਹੈ ਸਰੀਰ ਦੇ ਵਿੱਚ। ਤਾਂ ਇਸ ਦੋ ਚੀਜ਼ਾਂ ਦਾ ਜੋੜ ਬਣਾਇਆ ਅਕਾਲ ਪੁਰਖ ਵਾਹਿਗੁਰੂ ਨੇ, ਝੂਠ ਤੇ ਸੱਚ ਨੂੰ ਮਿਲਾ ਦਿੱਤਾ। ਔਰ ਇਹਦਾ ਸਾਰਾ ਜਿਹੜਾ ਸੀ ਵਿਖਿਆਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਿੱਤਾ ਗਿਆ, ਜਿਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਖੱਟ ਨੇਮ ਕਰ ਕੋਠੜੀ ਬਾਂਧੀ, ਵਸਤ ਅਨੂਪ ਵਿੱਚ ਪਾਈ। ਉਸ ਵਸਤੂ ਨੂੰ ਲੱਭੋ ਜਿਹੜੀ ਇਸ ਮਿੱਟੀ ਦੀ ਦੇਹ ਨੂੰ ਚਲਾ ਰਹੀ ਹੈ, ਉਹਨੂੰ ਸੱਤ ਕਿਹਾ ਇੱਥੇ। ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ, ਉਹਨੂੰ ਕਿਹਾ ਗਿਆ।
ਹਜ਼ੂਰ ਕਹਿੰਦੇ ਨੇ ਉਹਨੂੰ ਖੋਜੋ, ਵਿੱਚੋਂ ਲੱਭੋ। ਇਸ ਦੇਹ ਨੂੰ ਉਹ ਚਲਾ ਰਿਹਾ, ਜਿੰਨੇ ਉਹਨੂੰ ਲੱਭ ਲਿਆ ਉਹ ਦਰਵਾਜ਼ਾ ਉਹਦੇ ਅਕਾਲ ਪੁਰਖ ਦੇ ਘਰ ਦਾ। ਉੱਥੋਂ ਹੀ ਸਾਰੇ ਲੋਕ ਗਏ ਨੇ। ਜਿੰਨੇ ਉਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤੇ, ਜਿਨ੍ਹਾਂ ਨੇ ਉਹਦੇ ਦਰ ਤੇ ਜਾ ਕੇ ਘੰਟੀ ਖੜਕਾਈ, ਹੋਰ ਕੋਈ ਰਸਤਾ ਨਹੀਂ। ਉਹਨਾਂ ਨੇ ਇਸ ਦੇਹ ਵਿੱਚ ਵਿਚਰਦੇ ਹੋਏ ਸੱਚ ਨੂੰ ਲੱਭ ਲਿਆ, ਤੇ ਲੱਭਿਆ ਗੁਰੂ ਕੇ ਸ਼ਬਦ ਦੁਆਰਾ। ਖੋਜ ਕੀਤੀ, ਆਪਣੀ ਦੇਹ ਦੇ ਵਿੱਚੋਂ ਪ੍ਰਾਪਤ ਕਰ ਲਿਆ। ਇਸ ਕਰਕੇ ਸਤਿਗੁਰੂ ਕਹਿੰਦੇ ਉਹਦੀ ਖੋਜ ਦੇਹ ਵਿੱਚੋਂ ਕਰਨੀ, ਗੁਰੂ ਕੇ ਸ਼ਬਦ ਦੁਆਰਾ ਦੇਹ ਨੂੰ ਖੋਜਣਾ, ਇਹਨੂੰ ਵੇਖਣਾ ਵੀ ਕਿੱਥੇ ਕਰਕੇ ਵਿੱਚ ਸੱਚ ਇਹਦੇ ਵਰਤਾਵ ਕਰ ਰਿਹਾ, ਕਿਵੇਂ ਵਿਚਰ ਰਿਹਾ। ਤਾਂ ਭਗਤ ਜੀ ਕਹਿੰਦੇ ਨੇ ਖਟ ਨੇਮ, ਇਸ ਦੇਹ ਦੇ ਵਿੱਚ 6 ਨੇਮ ਨੇ। ਯੋਗੀਆਂ ਨੇ ਇਹਨੂੰ 6 ਚੱਕਰ ਕਿਹਾ, ਸਿਰ ਤੋਂ ਲੈ ਕੇ ਨਾਭੀ ਤੱਕ। ਇਹ ਸਰੀਰ ਦੇ ਵਿੱਚ 6 ਚੱਕਰ ਸੂਖਸ਼ਮ ਤੌਰ ਤੇ ਵਰਤ ਰਹੇ ਨੇ। ਆਪੋ ਆਪਣੇ ਢੰਗ ਨਾਲ ਉਹਨਾਂ ਨੇ ਇਹਨੂੰ 6 ਚੱਕਰ ਕਿਹਾ, ਆਪਣੇ ਆਪਣੇ ਨਾਮ ਰੱਖੇ ਨੇ। 6 ਸੁਭਾਅ ਨੇ ਬੰਦੇ ਦੇ, ਸਰੀਰ ਦੇ ਵਿੱਚ ਵਰਤਦੇ ਨੇ। ਸਾਰੇ ਚੱਕਰ ਨੇ 6। ਗੁਰੂ ਸਾਹਿਬ ਨੇ ਇਹਨੂੰ ਸੁਭਾਅ ਕਿਹਾ ਹੈ। ਜਿਵੇਂ ਜਿਵੇਂ ਦਾ ਸਾਡਾ ਸੁਭਾਅ ਹੁੰਦਾ ਹੈ, ਜੇ ਅਸੀਂ ਬਹੁਤੇ ਸੰਸਾਰੀ ਸੁਭਾਅ ਵਿੱਚ, ਵਾਸ਼ਨਾ ਵਿੱਚ ਡਿੱਗਣੇ ਆ, ਤੇ ਨਾਭੀ ਤੋਂ ਵਾਲੇ ਥੱਲੇ ਵਾਲੇ ਚੱਕਰ ਚੱਲੀ ਜਾਂਦੇ ਨੇ। ਜਿਉਂ ਉਤਾਂ ਆਉਂਦਾ ਮਨੁੱਖ, ਹਿਰਦਾ ਚੱਕਰ ਚੱਲਦਾ, ਪ੍ਰੇਮ ਦੀ ਦੁਨੀਆ ਚੱਲਦੀ। ਫਿਰ ਉੱਪਰ ਸਿਰ ਵਾਲੇ ਗਿਆਨ ਵਾਲੇ ਸਾਰੇ ਸੁਭਾਅ ਨੇ। ਗੁਰੂ ਸਾਹਿਬ ਨੇ ਉਹਨੂੰ ਸੁਭਾਅ ਕਹਿ ਦਿੱਤਾ, ਆਮ ਬੰਦੇ ਵਾਸਤੇ ਸਰਲ ਕਰ ਦਿੱਤਾ। ਯੋਗੀਆਂ ਨੇ ਉਹਨੂੰ ਚੱਕਰ ਕਹਿ ਦਿੱਤਾ। ਪਰ ਸਤਿਗੁਰੂ ਨੇ ਇਹਨੂੰ 6 ਚੱਕਰ ਕਿਹਾ, ਕਿ ਇੱਕ 7ਵਾਂ ਚੱਕਰ ਕਿਹਾ ਸਤਿਗੁਰੂ ਨੇ। 6 ਉਹਨਾਂ ਨੇ ਕਹੇ ਯੋਗੀਆਂ ਨੇ, ਸਤਿਗੁਰੂ ਨੇ 7ਵਾਂ ਕਿਹਾ। 6 ਤਾਂ ਇਹ ਨੇ ਕਿ 5 ਤੱਤ ਨੇ ਜਿਹੜੇ ਸਰੀਰ ਵਿੱਚ, ਮਿੱਟੀ ਹੈ, ਅੱਗ ਹੈ, ਪਾਣੀ ਹੈ, ਹਵਾ ਹੈ, ਆਕਾਸ਼ ਹੈ। ਇਹ 5 ਤੱਤ 5 ਚੱਕਰਾਂ ਨਾਲ ਸੰਬੰਧਿਤ ਇਹਨਾਂ ਦਾ ਸੁਭਾਅ ਜਿਹੜਾ। ਜੇ ਇਸ ਤੋਂ ਅੱਗੇ ਹੈ 6ਵਾਂ ਤੱਤ ਜਿਹੜਾ ਨਾਮ ਤੱਤ ਇਹਦੇ ਸਰੀਰ ਵਿੱਚ ਚੱਲ ਰਿਹਾ, ਤੇ ਉਹ 6ਵਾਂ ਤੱਤ ਜਿਹੜਾ ਤਾਂ ਪ੍ਰਗਟ ਹੁੰਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ, ਕਿ ਗੁਰੂ ਨਾਨਕ ਸਾਹਿਬ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਲਯੁਗ ਬਾਬੇ ਤਾਰਿਆ, ਸਤਨਾਮ ਦਾ ਚੱਕਰ ਚਲਾਇਆ। ਉਹ 7ਵਾਂ ਚੱਕਰ ਹੈ ਸੱਚੇ ਨਾਮ ਦਾ। ਉਹਦੇ ਨਾਲ ਇਹ ਸਾਰੇ ਜਿਹੜੇ ਖਟ ਨੇਮ ਕਰ ਕੋਠੜੀ ਬਾਂਧੀ, ਸਰੀਰ ਰੂਪੀ ਜਿਹੜੀ ਕੋਠੀ ਹੈ ਨਾ, ਜਿਹੜੀ 6 ਚੱਕਰਾਂ ਵਿੱਚ ਬੱਝੀ ਹੋਈ ਹੈ, ਇਹਦੇ ਵਿੱਚ ਇੱਕ ਵਸਤ ਅਨੂਪ ਵਿੱਚ ਪਾਈ। ਅਨੂਪ ਦਾ ਅਰਥ ਹੈ ਉਹ ਵਸਤੂ ਜਿਹਦੀ ਉਪਮਾ ਕਰਨ ਜਾਈਏ ਤੇ ਉਪਮਾ ਨਾ ਹੋ ਸਕੇ। ਵਸਤ ਅਨੂਪ ਵਿੱਚ ਪਾਈ। ਫਿਰ ਕਹਿੰਦੇ ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ। ਕੁੰਜੀ ਕੁਲਫ, ਕੁਲਫ ਕਹਿੰਦੇ ਨੇ ਜੰਦਰੇ ਨੂੰ, ਪੰਜਾਬੀ ਵਿੱਚ ਇਹਨੂੰ ਜੰਦਰਾ ਕਹਿੰਦੇ, ਜਾਂ ਇਹਨੂੰ ਤਾਲਾ ਕਹਿੰਦੇ ਨੇ, ਲੋਕ ਕਹਿੰਦੇ ਨੇ। ਕੁੰਜੀ ਤੁਸੀਂ ਅਰਥ ਸਮਝਦੇ ਹੋ। ਕੁੰਜੀ ਤੇ ਜੰਦਰਾ ਕਾਹਦਾ? ਕਹਿੰਦੇ ਪ੍ਰਾਣ, ਆ ਜਿਹੜੇ ਸਵਾਸ ਚੱਲ ਰਹੇ ਨੇ, ਇਹ ਲੋਕ ਲਾ ਦਿੱਤਾ ਅਕਾਲ ਪੁਰਖ ਨੇ। ਇਸ ਲੋਕ ਦੇ ਵਿੱਚੋਂ ਦੀ ਲੱਭਦਾ ਜਿਹਨੂੰ ਕੁਝ ਲੱਭਦਾ। ਇਸ ਕਰਕੇ ਕਹਿੰਦੇ ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਇਸ ਦੇਹ ਦੀ ਰਚਨਾ ਕਰਦਿਆਂ ਵਾਹਿਗੁਰੂ ਨੂੰ ਦੇਰ ਨਹੀਂ ਲੱਗੀ, ਭਾਵ ਬੜਾ ਸਮਰੱਥ ਹੈ। ਇਹਦੇ ਵਿੱਚ ਫਿਰ ਸਤਿਗੁਰੂ ਨੇ, ਭਗਤ ਕਬੀਰ ਸਾਹਿਬ ਨੇ ਬਚਨ ਕੀਤੇ, ਹੋਰ ਇਸ ਦੇਹ ਦਾ ਸਾਰਾ ਵਿਗਿਆਨ ਦੱਸ ਦਿੱਤਾ। ਕਹਿੰਦੇ ਨੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਇਹਦੇ ਵਿੱਚ ਕਹਿੰਦੇ ਹੁਣ ਇਸ ਸਰੀਰ ਦੇ ਵਿੱਚ ਤੂੰ ਜਾਗ ਕੇ ਰਹੀਂ ਥੋੜਾ ਜਿਹਾ। ਕਿਉਂ? ਉਹ ਜਿਹੜੀ ਵਸਤੂ ਅਨੂਪ ਅੰਮ੍ਰਿਤ ਤੇਰੇ ਸਰੀਰ ਵਿੱਚ ਪਾਇਆ ਨਾ, ਉਹ ਅੰਦਰੋਂ ਕੁਝ ਚੋਰ ਨੇ ਜਿਹੜੇ ਉਹਨੂੰ ਨਾਲੋਂ ਨਾਲ ਖਾਈ ਜਾਂਦੇ। ਕਦੀ ਕ੍ਰੋਧ ਖਾ ਜਾਂਦਾ, ਕਦੀ ਕਾਮ ਖਾ ਜਾਂਦਾ, ਕਦੀ ਲੋਭ, ਕਦੀ ਹੰਕਾਰ ਉਸ ਅੰਮ੍ਰਿਤ ਨੂੰ ਲੁੱਟ ਲੈਂਦਾ ਹੈ। ਜੇ ਤੂੰ ਜਾਗ ਕੇ ਰਹੇਗਾ, ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ, ਤੇ ਤੇਰਾ ਅੰਮ੍ਰਿਤ ਤੈਨੂੰ ਮਿਲੇਗਾ। ਜੇ ਤੂੰ ਸੌਂ ਗਿਆ ਤੇ ਤੇਰੇ ਉਹ ਵਿਕਾਰ ਜਿਹੜੇ ਇਸ ਅੰਮ੍ਰਿਤ ਨੂੰ ਪੀ ਲੈਣਗੇ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ। ਤੂੰ ਬੇਪਰਵਾਹ ਗਾਫਲ ਸੁੱਤਾ ਹੋਇਆ, ਇਸ ਕਰਕੇ ਇੰਨਾ ਵੱਡਾ ਹੀਰਾ ਤੇਰੇ ਹੱਥੋਂ ਖੁੱਸ ਗਿਆ। ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ, ਮੁਸੈ ਦਾ ਅਰਥ ਹੈ ਖੋਹ ਲੈਣਾ। ਇਹਦੇ ਵਿੱਚ ਜਿਹੜੇ 5 ਚੋਰ ਨੇ, ਉਹਨਾਂ ਨੇ ਤੇਰਾ ਅੰਮ੍ਰਿਤ ਰੂਪੀ ਨਾਮ ਰੂਪੀ ਹੀਰਾ ਖੋਹ ਲਿਆ। ਚੋਰ ਮੁਸੈ ਘਰ ਜਾਈ,
फिर कबीर साहब कहते पंच पहरुआ दर मह रहते तिनका नहीं पतियारा चित चेत सुचेत होए रो तौलै परगाश उजियारा। कहते इस शरीर दे विच ना 5 पहरेदार वैगुरू ने लाए सन। 5 पहरेदार शरीर दे विच 5 ज्ञान अंदरे सन। अखां, मूँह, नाशका, 5 ज्ञान इंद्रे जिन्हां ने इहदी पहरेदारी करनी सी। बाहरों अंदर खबर दसनी सी भी बाहर किहड़ी चीज़ है, पर इन्हां दा पतियारा भाव विश्वास कोई नहीं। ये जिहड़ी चीज़ नूं बाहर वेंदे ने ओहदी अंदर खबर गलत दे दिंदे ने। हुंदी जहर बाहर कहंदे ने अमृत इहनूं पी लेना चाहिदा है। बाहर वेखदे ने ये 5 जिहड़े ज्ञान इंद्रे ने अखां नाल वेखीदा ते भुलेखा पै जांदा है, क्योंकि अख जिहड़ी है सब तो ज़्यादा भुलेखा पाउंदी है मनुख। दुनिया की सब तो सुंदर अख गिणी गई है हिरन की अख नूं, मृग की अख। जिहदी अख सब तो सोहनी होवे उहनूं कहंदे मृग अख वाला है। ते गुरबाणी विच बचन आउंदे जिन्ना धोखा हिरन खांदा है ना वेखण विच, होर कोई जून नहीं खांदी। ना सप खांदा है, ना खरगोश खांदा है, ना मनुख खांदा है। सब तो ज़्यादा भुलेखा हिरन नूं पैंदा है ते ओहदी अख सब तो सोहनी। वो रेत नूं पानी समझ के भज्जी जांदा ते ओहदे विच दौड़ दौड़ के मर जांदा। वो पानी नहीं हुंदा, प्यास नाल मर जांदा। इसे तरह जिन्नी सुंदरता जिथे होवे उन्ने भुलेखे पैण दी संभावना वध जांदी है। तां अख दे संबंध विच तां ही बचन कीते सुण मुंदे हरन आखीए गूढ़ा वैण अपार। मुंदे दा अर्थ इस्त्री दे अर्थ ने हे मनुख। हरन आखीए दा अर्थ है हरन दे अखां वालीए, हे सुंदर अखां वाले मनुख। इहदे भाव अर्थ ये होणगे। सुण मुंदे हरन आखीए गूढ़ा वैण। वैण दे अर्थ वैसे रोना हुंदा है। इत्थे गूढ़ा वैण दा अर्थ है गुरु साहब कहंदे मैं तैनूं बड़ी खोज करके एक गल दस रिहा। गूढ़ी गल है, इहनूं ध्यान नाल सुण, इहनूं सुट ना पाई। गूढ़ा वैण अपार। पुछया महाराज की कहना चाहुंदे हो? हजूर कहंदे पहला वस्त सिंझाण कै तां की चैवा पार। पहला चंगी तरह चीज़ की खोज करी, फिर वो चीज़ वरती अपने जीवन विच। क्योंकि इत्थे की है? इत्थे फरीद साहब कहंदे फरीदा एह विस गंदला धरियां खंड विला लिवाड़। इत्थे की है? जहर दे टुकड़ियां दे उत्ते खंड दा कवर चढ़िया होया है। ओनू खंड समझ के मनुख खांदा है ते जहर खाधी जांदी। ये विष गंदलां, गंदलां दे अर्थ ने टुकड़े, खंड पाई हुई। हर एक चीज़ इत्थे विपरीत दिसदी, वो हुंदी नहीं जिहड़ी ओहदा असली स्वरूप बाहर प्रगट नहीं हुंदा। इत्थे हर एक जहर दे उत्ते अमृत दा लेप है, मिठे दा लेप है। ते इत्थे कुदरती तौर ते जिहड़ी चीज़ मिठी वो बाहरों कौड़ी लगदी सानूं। सतगुरु बाणी विच बचन कहंदे साहब कहंदे अमृत कौड़ा विखिया मीठी साकत की बिद नैनो डीठी। ये अख बिल्कुल इस तरह गुरु तो बेहूण है। ਤਾਂ ਇਹਨੂੰ ਕਹਿੰਦੇ ਜ਼ਹਿਰ ਅੰਮ੍ਰਿਤ ਭਾਸਦਾ ਤੇ ਅੰਮ੍ਰਿਤ ਇਹਨੂੰ ਕਹਿੰਦੇ ਕੌੜਾ ਲੱਗਦਾ। ਆ ਤੁਸੀਂ ਵੇਖੋ ਉਹੀ ਆਦਮੀ ਹੁੰਦਾ ਹੈ ਗੁਰਬਾਣੀ ਸੁਣੇਗਾ ਨਾ, ਗੁਰਬਾਣੀ ਸੁਣਦਿਆਂ ਅਕੇਵਾਂ ਆਵੇਗਾ ਉਹਨੂੰ, ਬੇਚੈਨ ਦੁਖੀ। ਕਦੀ ਸੀਰੀਅਲ ਵੇਖੇ ਤੇ ਅੱਧ ਵਿੱਚ ਨਹੀਂ ਜੇ ਛੱਡਦਾ, ਭਾਵੇਂ ਸਾਧ ਸੰਗਤ ਜੀ ਰਸੋਈ ਦੇ ਵਿੱਚ ਦੁੱਧ ਡੁੱਲ ਜਾਏ, ਖਰਾਬ ਹੋ ਜਾਏ ਕੁਝ, ਉਹ ਕਹੇਗਾ ਜੀ ਪ੍ਰਬੰਧ ਕਰਕੇ ਵੇਖੇਗਾ ਫਿਲਮ ਵੇਖਣੀ, ਪਹਿਲਾਂ ਪ੍ਰਬੰਧ ਕਰ। ਕਦੀ ਤੁਸੀਂ ਵੇਖਿਆ ਫਲਾਣਾ ਬੰਦਾ ਫਿਲਮ ਵੇਖਣ ਗਿਆ ਅੱਧ ਵਿੱਚ ਛੱਡ ਕੇ ਆ ਗਿਆ? ਪਰ ਕੀਰਤਨ ਤੇ ਕਥਾ ਅਸੀਂ ਅੱਧ ਵਿੱਚ ਛੱਡ ਜਾਂਦੇ ਹਾਂ ਸਭ ਕੁਝ। ਇਹਦਾ ਕੀ ਕਾਰਨ ਹੈ? ਉੱਥੇ ਕੋਈ ਸਾਡਾ ਟਰਸਟ ਨਹੀਂ ਹੈ, ਉੱਥੇ ਸਾਡੀ ਕੋਈ ਖਿੱਚ ਨਹੀਂ, ਵੈਸੇ ਹੀ ਟਾਈਮ ਪਾਸ ਕਰਨਾ ਹੁੰਦਾ। ਇਸ ਕਰਕੇ ਕਦੀ ਕੋਈ ਬੰਦਾ ਸੀਰੀਅਲ ਵਿਚਕਾਰੋਂ ਨਹੀਂ ਛੱਡਦਾ, ਭਾਵੇਂ ਉਹਦੇ ਘਰ ਦੇ ਵਿੱਚ ਘਿਓ ਦਾ ਘੜਾ ਡੁੱਲ ਜਾਏ, ਨਾ ਫਿਲਮ ਵਿੱਚ ਛੱਡਦਾ, ਬਸ ਵਿੱਚ ਛੱਡਦਾ ਤੇ ਧਰਮ ਦੀ ਗੱਲ ਨੂੰ ਵਿੱਚ ਹੀ ਛੱਡਦਾ, ਬਾਕੀ ਪੂਰੀ ਕਰਦਾ ਸਾਰਾ ਕੁਝ। ਔਰ ਫਿਰ ਇਹ ਸੱਚਾਈ ਹੈ
ਪਰਤ ਕੇ ਫਿਰ ਪੁੱਛਦਾ ਜੀ ਕੋਈ ਗੱਲ ਨਹੀਂ ਬਣਦੀ ਜੀ, ਕਿਰਪਾ ਨਹੀਂ ਹੁੰਦੀ। ਕਿਰਪਾ ਨੂੰ ਆਪਾਂ ਕੀਤਾ ਵੀ ਕੀ ਹੈ? ਕਿਰਪਾ ਵਾਲਾ ਕਰਨੀ ਤੇ ਗੁਰੂ ਨੇ ਕਿਰਪਾ ਹੈ। ਸਿੱਖ ਕਦੀ ਕੋਈ ਪੂਰਾ ਕਰਮ ਤਾਂ ਨਹੀਂ ਕਰ ਸਕਦਾ, ਪਰ ਸਾਧ ਸੰਗਤ ਜੀ ਆ ਜਿਹੜਾ ਕੰਮ ਹੈ ਜਾਂ ਤੇ ਕਰੀਏ ਨਾ। ਮੈਂ ਇਹ ਗੱਲ ਸਮਝਣਾ, ਮੈਂ ਸਮਝਣਾ ਵੀ ਅਸੀਂ ਆਪਣੇ ਧਰਮ ਨੂੰ ਉਹ ਹੀ ਮੇਲਾ ਬਣਾ ਦਿੱਤਾ ਜਿਹਦੇ ਮੇਲੇ ਦੇ ਖਿਲਾਫ ਗੁਰੂ ਸਾਹਿਬ ਬੋਲੇ ਸਨ। ਉਹ ਹੀ ਮੇਲਾ ਜੋਲਾ, ਬਸ ਆਏ ਗਏ ਲੰਗਰ ਛਕਿਆ ਪਾਸੇ ਹੋ ਗਏ। ਜਿਸ ਕੰਮ ਨੂੰ ਕਰੀਏ ਜਾਂ ਨਾ ਕਰੀਏ ਜਾਂ ਕਰੀਏ, ਦੋਵਾਂ ਵਿੱਚੋਂ ਇੱਕ ਹੈ, ਤਾਂ ਉਹਦੇ ਫਿਰ ਕੁਝ ਨਾ ਕੁਝ ਸੰਭਾਵਨਾ ਹੈ। ਉਹਦੇ ਉੱਤੇ ਵੀ ਹੱਕ ਨਹੀਂ ਜਤਾਇਆ ਜਾ ਸਕਦਾ ਕਿ ਮੈਂ ਆ ਪੂਰਾ ਕਰ ਲਿਆ ਤੇ ਹੁਣ ਇਹ ਹੋਏਗਾ ਹੀ। ਫਿਰ ਵੀ ਅਰਦਾਸ ਦੇ ਸਹਾਰੇ ਤੇ ਹੈ। ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਗੁਰਬਾਣੀ ਵਿੱਚ ਕਹੀ ਗਈ। ਤਾਂ ਇੱਥੇ ਸੰਸਾਰ ਦੇ ਅੰਦਰ ਕੁਦਰਤੀ ਤੌਰ ਤੇ ਇਸ ਤਰ੍ਹਾਂ ਦਾ ਨਕਸ਼ਾ ਬਣਿਆ ਹੋਇਆ ਹੈ ਕਿ ਜੋ ਸਚਾਈ ਹੈ ਉਹ ਝੂਠ ਦਿਸਦੀ ਹੈ, ਜੋ ਝੂਠ ਹੈ ਉਹ ਸੱਚ ਦਿਸਦਾ ਹੈ। ਤਾਂ ਸਾਹਿਬ ਕਹਿੰਦੇ, ਕਬੀਰ ਸਾਹਿਬ ਦਾ ਸ਼ਬਦ ਮੈਂ ਕਹਿ ਕੇ ਅੱਗੇ ਤੁਰਾਂਗਾ, ਸਮਾਂ ਇੰਨਾ ਕੁ ਸੀਮਤ ਹੈ ਸ਼ਬਦ ਦੇ ਅਨੁਸਾਰ। ਉਹਦੇ ਵਿੱਚ ਕਹਿੰਦੇ ਕਿ ਪੰਜ ਪਹਿਰੂਆ ਦਰ ਮੈਂ ਰਹਤੇ। ਇਹਨਾਂ ਦਰਾਂ ਦੇ ਵਿੱਚ ਨਾ, ਦਰ ਦੇ ਅਰਥ ਨੇ ਦਰਵਾਜ਼ੇ, ਅੱਖਾਂ ਵਿੱਚ, ਨਾਸਕਾ ਵਿੱਚ, ਮੂੰਹ ਵਿੱਚ, ਕੰਨਾਂ ਵਿੱਚ ਪੰਜ ਪਹਿਰੇਦਾਰ ਰਹਿੰਦੇ ਨੇ। ਗਿਆਨ ਇੰਦਰੇ, ਰੂਪ, ਰੰਗ, ਰਸ, ਗੰਧ, ਸਪਰਸ਼, ਇਹ ਪੰਜ ਪਹਿਰੇਦਾਰ। ਤਿਨਕਾ ਨਹੀਂ ਪਤਿਆਰਾ, ਉਹ ਬੜੇ ਧੋਖੇਬਾਜ਼ ਨੇ, ਉਹ ਦੁਸ਼ਮਣ ਨਾਲ ਮਿਲ ਜਾਂਦੇ ਨੇ। ਹੁਣ ਜਿਹੜੇ ਘਰ ਦੇ, ਜਿਹਨੂੰ ਗੁਰੂ ਸਾਹਿਬ ਕਹਿੰਦੇ ਕਿ ਉਲਟੀ ਵਾੜ ਖੇਤ ਕੋ ਖਾਈ, ਜਿਸ ਘਰ ਦੇ ਪਹਿਰੇਦਾਰ ਚੋਰਾਂ ਨਾਲ ਮਿਲ ਜਾਣ, ਉਹਦੀ ਰਾਖੀ ਕੌਣ ਕਰੇਗਾ? ਜਿਸ ਸਰੀਰ ਰੂਪੀ ਘਰ ਦੇ ਪੰਜ ਗਿਆਨ ਇੰਦਰੇ, ਅੱਖਾਂ, ਨੱਕ ਆਦਿਕ ਵਿਕਾਰਾਂ ਨਾਲ ਸਾਂਝ ਪਾ ਲੈਣ, ਉਹਨੂੰ ਬਚਾਏਗਾ ਕੌਣ? ਇਸ ਕਰਕੇ ਗੁਰੂ ਦੀ ਸਹਾਇਤਾ ਫਿਰ ਬਾਹਰੋਂ ਲਈ ਗਈ। ਜਿਸ ਦੇਸ਼ ਦੇ ਪਹਿਰੇਦਾਰ ਹੀ ਉਸ ਦੇਸ਼ ਨੂੰ ਖਾਣ ਲੱਗ ਪੈਣ ਤੇ ਉਹ ਫਿਰ ਪਤਾ ਕੀ ਕਰਦਾ? ਬਗਾਵਤ ਕਰ ਜਾਏ ਉਹਦੀ ਫੌਜ, ਉਹ ਫਿਰ ਬਾਹਰਲੇ ਵੱਡੇ ਬਾਦਸ਼ਾਹ ਦੀ ਇਮਦਾਦ ਲੈਂਦਾ। ਇਸੇ ਕਰਕੇ ਆਸਾ ਦੀ ਵਾਰ ਦੇ ਉੱਤੇ ਜਿਹੜੀ ਧੁਨੀ ਚੜਾਈ ਗਈ ਨਾ ਗੁਰੂ ਹਰਗੋਬਿੰਦ ਸਾਹਿਬ ਦੁਆਰਾ, ਉਹਦੇ ਵਿੱਚ ਟੂੰਡੇ ਅਸ ਰਾਜੈ ਕੀ ਧੁਨੀ ਗਾਵਣੀ। ਅਸਲ ਵਿੱਚ ਇਹ ਜਿਹੜੇ ਰਾਜੇ ਸਨ, ਟੂੰਡਾ ਤੇ ਅਸਰਾਜ, ਇਹਨਾਂ ਦਾ ਇਹ ਤਾਂ ਵਿੱਚ ਧੁਨੀ ਚੜਾਈ ਗਈ ਕਿ ਇਹ ਸਾਧ ਸੰਗਤ ਜੀ ਇੱਕ ਤਰ੍ਹਾਂ ਆਪਣੇ ਰਾਜ ਤੋਂ ਬੇਦਖਲ ਕਰ ਦਿੱਤੇ ਗਏ ਸਨ। ਇਹਨਾਂ ਨੇ ਫਿਰ ਆਪਣੇ ਬਾਹਰਲੇ ਗੁਆਂਢੀ ਰਾਜੇ ਦੀ ਇਮਦਾਦ ਲੈ ਕੇ ਆਪਣਾ ਦੇਸ਼ ਪਰਤ ਕੇ ਜਿੱਤਿਆ ਸੀ। ਤੇ ਸਤਿਗੁਰੂ ਨੇ ਆਸਾ ਦੀ ਵਾਰ ਦੇ ਉੱਤੇ ਧੁਨੀ ਤਾਂ ਚੜਾਈ ਵੀ ਤੇਰਾ ਜਿਹੜਾ ਸਰੀਰ ਰੂਪੀ ਦੇਸ਼ ਹੈ ਨਾ, ਉਹ ਤੇਰਾ ਬੁਰਾਈਆਂ ਨੇ ਜਿੱਤ ਲਿਆ, ਤੈਨੂੰ ਬੇਦਖਲ ਕਰ ਦਿੱਤਾ ਹੈ। ਤੂੰ ਹੁਣ ਪੂਰੇ ਗੁਰੂ ਦੀ ਇਮਦਾਦ ਲੈ ਕੇ ਪਰਤ ਕੇ ਕਬਜ਼ਾ ਕਰ ਦੇ। ਇਹ ਤਰੀਕਾ ਤਾਂ ਆਸਾ ਦੀ ਵਾਰ ਦਾ ਸੰਬੰਧ ਸੂਰਮਿਆਂ ਨਾਲ ਹੁੰਦਾ ਹੈ। ਧਰਮ ਦਾ ਮਾਰਗ ਸੂਰਮਿਆਂ ਦਾ ਮਾਰਗ ਹੈ, ਕਾਇਰਾਂ ਦਾ ਨਹੀਂ ਹੈ। ਇਸ ਕਰਕੇ ਪੰਜ ਪਹਿਰੂਆ ਦਰ ਮੈਂ ਰਹਤੇ, ਤਿਨਕਾ ਨਹੀਂ ਪਤਿਆਰਾ। ਚਿੱਤ ਸੁਚੇਤ, ਚਿੱਤ ਚੇਤ ਸੁਚੇਤ ਹੋਏ ਰਹੋ। ਕਹਿੰਦੇ ਤੂੰ ਸੁਚੇਤ ਹੋ ਕੇ ਰਹੋ। ਸੁਚੇਤ ਹੋਣਾ, ਸੁਚੇਤ ਦਾ ਅਰਥ ਹੈ ਮਨ ਕਰਕੇ ਜਾਗ ਪੈਣਾ, ਮਨ ਦਾ ਜਾਗਣਾ, ਅੰਦਰੋਂ ਪੂਰੀ ਤਰ੍ਹਾਂ ਜਾਗ ਪੈਣਾ। ਚਿੱਤ ਚੇਤ ਸੁਚੇਤ ਹੋਏ ਰਹੋ, ਤਉ ਲੈ ਪ੍ਰਗਾਸ ਉਜਿਆਰਾ। ਤੇ ਜਦੋਂ ਤੂੰ ਜਾਗੇਗਾ ਨਾ ਗੁਰੂ ਦੇ ਸ਼ਬਦ ਦੁਆਰਾ, ਤੇ ਤੇਰੇ ਅੰਦਰ ਇੱਕ ਚਾਨਣ ਆ ਜਾਏਗਾ, ਸਮਝ ਆ ਜਾਏ, ਗਿਆਨ ਅੰਦਰ ਪ੍ਰਗਟ ਹੋ ਜਾਏਗਾ। ਤਾਂ ਇਸ ਤਰ੍ਹਾਂ ਤੂੰ ਆਪਣੇ ਇਸ ਖੱਟ ਨੇਮ ਕਰ ਕੋਠੜੀ ਬਾਂਦੀ ਵਾਲੇ ਸਰੀਰ ਨੂੰ ਬਚਾ ਸਕੇਗਾ। ਪੰਚ ਪਹਿਰੂਆ ਦਰ ਮੈਂ ਰਹਤੇ, ਤਿਨਕਾ ਨਹੀਂ ਪਤਿਆਰਾ। ਚਿੱਤ ਚੇਤ ਸੁਚੇਤ ਹੋਏ ਰਹੋ, ਤਉ ਲੈ ਪ੍ਰਗਾਸ ਉਜਿਆਰਾ। ਫਿਰ ਕਹਿੰਦੇ ਨੌ ਘਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ। ਨੌ ਦਰਵਾਜ਼ੇ ਵੇਖ ਕੇ ਇਹ ਜਿਹੜਾ ਅੰਦਰਲਾ ਜੀਵ ਸੀ ਨਾ ਭੁੱਲ ਗਿਆ। ਨੌ ਦਰਵਾਜ਼ੇ ਪ੍ਰਗਟ ਕੀਏ ਜਿਨ੍ਹਾਂ ਰਾਹੀਂ ਸੰਸਾਰ ਨਾਲ ਕਨੈਕਸ਼ਨ ਕੀਤਾ ਜਾ ਸਕੇ। ਇਹਨਾਂ ਤੋਂ ਬਿਨਾਂ ਸੰਸਾਰ ਨਾਲ ਜੁੜਿਆ ਨਹੀਂ ਜਾਂਦਾ। ਨੌ ਦਰਵਾਜ਼ੇ ਨੇ ਸਾਡੇ ਸਰੀਰ ਦੇ। ਸੰਸਾਰ ਚਲਾਉਣ ਵਾਸਤੇ ਇਹਨਾਂ ਦੀ ਵਰਤੋਂ ਕਰਨੀ ਪੈਂਦੀ, ਇਹਨਾਂ ਰਾਹੀਂ ਬਾਹਰ ਕਨੈਕਸ਼ਨ ਹੁੰਦਾ। ਸਾਡੇ ਜੀਵਨ ਵਿੱਚ ਕਿਹੜੀ ਕਮੀ ਆ ਗਈ? ਸਾਡੇ ਜੀਵਨ ਵਿੱਚ ਇਹ ਕਮੀ ਆ ਗਈ ਕਿ ਅਸੀਂ ਨੌਵਾਂ ਦੀ ਵਰਤੋਂ ਕਰਨੇ ਆ, 10ਵਾਂ ਬੰਦ ਹੈ ਸਾਡਾ।
ਦਸਵੇਂ ਦੁਆਰਾ ਪ੍ਰਭੂ ਨਾਲ, ਗੁਰੂ ਨਾਲ, ਸ਼ਬਦ ਨਾਲ ਸਾਂਝ ਪਾਈ ਜਾ ਸਕਦੀ। ਨੌਵਾਂ ਦੁਆਰਾ ਬਾਹਰ ਜੁੜਿਆ ਜਾ ਸਕਦਾ। ਸਾਡੇ ਕੋਲ ਦੋਵਾਂ ਦੀ ਮੁਹਾਰਤ ਹੋਣੀ ਚਾਹੀਦੀ। ਨੌਵਾਂ ਦੁਆਰਾ ਅਸੀਂ ਸੰਸਾਰ ਨਾਲ ਜੁੜੀਏ ਤੇ ਦਸਵੇਂ ਦੇ ਅਰਥ ਨੇ ਸੁਰਤ। ਸੁਰਤ ਦੁਆਰਾ ਅਸੀਂ ਸ਼ਬਦ ਨਾਲ ਸਾਂਝ ਪਾਈਏ। ਉਹ ਆਪੇ ਅੱਗੇ ਇਹਦਾ ਵਿਸਤਾਰ ਬਹੁਤ ਲੰਬਾ ਹੈ, ਜਿਹਨੂੰ ਗੁਰੂ ਅਮਰਦਾਸ ਕਹਿੰਦੇ 10ਵਾਂ ਗੁਪਤ ਰਖਾਇਆ। ਇਹਦੀ ਵਿਆਖਿਆ ਦੀ ਲੋੜ ਨਹੀਂ, ਕਿਉਂਕਿ ਵਿਆਖਿਆ ਕਰ ਕਰਕੇ ਲੋਕ ਫਿਰ ਕਲਪਨਾ ਕਰਨ ਲੱਗ ਪੈਂਦੇ। ਦਸਵੇਂ ਦੇ ਅਰਥ ਕਰਾਂਗੇ ਸੁਰਤ। ਸੁਰਤ ਜਿਹਦੀ ਸ਼ਬਦ ਵਿੱਚ ਜੁੜੀ, ਉਹਦਾ 10ਵਾਂ ਨਿਕਾਸ ਸ਼ੁਰੂ ਹੋ ਗਿਆ, ਸ਼ਬਦ ਨਾਲ ਸਾਂਝ। ਫਿਰ ਉਹਦੇ 9 ਆਪੇ ਕੰਟਰੋਲ ਹੋ ਜਾਣਗੇ। ਜਿੰਨਾ ਚਿਰ 10ਵਾਂ ਨਹੀਂ ਕੰਮ ਕਰਦਾ, ਉਹਨਾਂ ਚਿਰ 9ਵਾਂ ਦੇ ਵਿੱਚ ਗੜਬੜ ਰਹੇਗੀ। ਕੋਈ ਨਹੀਂ ਰੋਕ ਸਕਦਾ ਉਸ ਨੂੰ, ਕੋਈ ਸਮਝ, ਕੋਈ ਗਿਆਨ ਸੈੱਟ ਨਹੀਂ ਕਰ ਸਕਦਾ ਉਹਨਾਂ ਨੂੰ, ਕਿਉਂਕਿ ਇੰਨੀ ਵੱਡੀ ਸ਼ਕਤੀ ਜਿਹੜੀ ਦਸਮ ਦੇ ਰਾਹੀਂ, ਧਿਆਨ ਦੇ ਰਾਹੀਂ, ਸੁਰਤ ਦੇ ਰਾਹੀਂ ਸ਼ਬਦ ਨਾਲ ਜੁੜਨੀ ਸੀ, ਉਧਰੋਂ ਬੰਦ ਹੋ ਗਈ। ਤੇ ਤੁਸੀਂ ਕੁਦਰਤੀ ਤੌਰ ਤੇ ਵੇਖੋਗੇ, ਇੱਕ ਚੱਲਦੀ ਹੋਈ ਨਹਿਰ ਨੂੰ ਅੱਗੋਂ ਤੁਸੀਂ ਬੰਦ ਕਰ ਦਿਓ, ਉਹਦੇ ਕਿਨਾਰੇ ਜਿੰਨੇ ਮਰਜ਼ੀ ਉੱਚੇ ਕਰੋ, ਉਹਨੇ ਤੋੜ ਹੀ ਦੇਣੇ ਨੇ, ਕੋਈ ਬਚਾ ਨਹੀਂ ਸਕੇਗਾ। ਜਿੰਨਾ ਚਿਰ ਕਿਸੇ ਦੀ ਸੁਰਤ ਸ਼ਬਦ ਦੁਆਰਾ ਪ੍ਰੇਮ ਵਿੱਚ ਨਹੀਂ ਨਾ ਜਾਂਦੀ, ਉਹਦੇ 9 ਦਰਵਾਜ਼ੇ ਕੰਟਰੋਲ ਵਿੱਚ ਆ ਜਾਣ, ਇਹਦੀ ਕਲਪਨਾ ਵੀ ਨਾ ਕਰਨੀ ਕਦੀ ਨਹੀਂ ਹੋ ਸਕਦਾ ਸਮਝ ਦੁਆਰਾ। ਇਸ ਤਰ੍ਹਾਂ ਇਹ ਕੰਟਰੋਲ ਵਿੱਚ ਨਹੀਂ ਹੁੰਦੇ। ਤਾਂ ਕਬੀਰ ਜੀ ਕਹਿੰਦੇ 9 ਘਰ ਦੇਖ, ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ। ਫਿਰ ਕਹਿੰਦੇ ਕਹੈ ਕਬੀਰ ਨਵੇਂ ਘਰ ਮੂਸੇ, 10ਵੇਂ ਤਤ ਚਵਾਈ। ਉਸ ਸੁਰਤ ਦੁਆਰਾ, ਮਨ ਦੁਆਰਾ, ਹਿਰਦੇ ਦੁਆਰਾ, ਅੰਤਿਸ਼ਕਰਨ ਦੁਆਰਾ ਵਾਹਿਗੁਰੂ ਨਾਲ, ਗੁਰੂ ਸ਼ਬਦ ਨਾਲ, ਬਾਣੀ ਨਾਲ ਸਾਂਝ ਪਾਇਆ। ਫਿਰ ਕਹਿੰਦੇ ਉਹ ਸੱਚ ਵਾਲਾ ਹਿੱਸਾ, ਜਿਹਦੀ ਆਪਾਂ ਵਿਚਾਰ ਕਰ ਰਹੇ ਸਾਂ ਕਿ ਜੀਵਨ 2 ਚੀਜ਼ਾਂ ਨੂੰ ਗੁੰਨ ਕੇ ਬਣਾਇਆ ਗਿਆ, ਸੱਚ ਤੇ ਝੂਠ ਨੂੰ। ਸਰੀਰ ਝੂਠਾ ਹੈ, ਸੱਚ ਨਾਲ ਜੁੜਨ ਕਰਕੇ ਇਹ ਸੱਚਾ ਲੱਗਦਾ। ਸਿਰਫ ਇੰਜ ਲੱਗਦਾ ਜਿਵੇਂ ਸੱਚਾ ਹੈ। ਜਿਵੇਂ ਇੱਕ ਭਾਂਡਾ ਚਮਕਦਾ, ਅਸੀਂ ਕਹਿੰਦੇ ਹਾਂ ਭਾਂਡਾ ਚਮਕਦਾ ਹੈ, ਭਾਂਡਾ ਨਹੀਂ ਚਮਕਦਾ, ਸੂਰਜ ਦੀਆਂ ਕਿਰਨਾਂ ਉਹਦੇ ਤੇ ਪੈਂਦੀਆਂ ਤਾਂ ਚਮਕਦਾ ਹੈ। ਇੰਜ ਲੱਗਦਾ ਹੈ ਸਰੀਰ ਜਿੰਦਾ ਹੈ, ਸਰੀਰ ਸੱਚਾ ਹੈ। ਸਰੀਰ ਸੱਚਾ ਨਹੀਂ, ਸਾਡੇ ਅੰਦਰਲੇ ਸੂਰਜ ਦੀ ਲਿਸ਼ਕ ਪੈਂਦੀ ਹੈ ਉਹਦੇ ਉੱਤੇ, ਉਹਦੇ ਨਾਲ ਲਿਸ਼ਕਦਾ ਹੈ। ਜਿੱਦਣ ਸੂਰਜ ਥੋੜ੍ਹਾ ਜਿਹਾ ਪਾਸੇ ਹੋ ਗਿਆ, ਸਾਧ ਸੰਗਤ, ਇਹਨੂੰ ਕਿਸੇ ਨਹੀਂ ਰੱਖਣਾ 8-10 ਘੰਟੇ ਤੋਂ ਵੱਧ। ਇਹਨੂੰ ਸਿੱਟ ਆਉਣਗੇ ਕਿਤੇ ਜਾ ਕੇ, ਨਿਬੇੜ ਦੇਣਗੇ ਕੰਮ ਇਸ ਦਾ। ਉਸ ਅੰਦਰਲੇ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਕਿ ਉਹ ਆਦ ਸੱਚ ਹੈ। ਇਸ ਸ਼ਲੋਕ ਵਿੱਚ ਕਿਰਪਾ ਕਰਦੇ ਹਨ ਆਦ ਸੱਚ, ਜੁਗਾਦ ਸੱਚ। ਆਦ ਦਾ ਅਰਥ ਹੈ ਮੁੱਢ। ਮੁੱਢ ਦਾ ਅਰਥ ਹੈ ਜਦੋਂ ਕੋਈ ਵੀ ਨਹੀਂ ਸੀ, ਜਦੋਂ ਕੁਝ ਵੀ ਨਹੀਂ ਸੀ, ਉਦੋਂ ਵੀ ਇਹ ਸੱਚ। ਸੱਚ ਦੇ ਅਰਥ ਹੋਣਗੇ ਨਾਮ, ਪਰਮਾਤਮਾ ਦਾ ਸ਼ਬਦ, ਉਹਦੀ ਆਵਾਜ਼, ਉਹਦਾ ਸਾਊਂਡ। ਉਦੋਂ ਵੀ ਇਹ ਸੱਚ ਕਾਇਮ ਸੀ ਇਸ ਸਪੇਸ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ, ਆਦ ਮੁੱਢ ਵਿੱਚ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਨਾਮ ਲਿਖਿਆ ਗਿਆ ਨਾ, ਉੱਥੇ ਨਾਮ ਆਉਂਦਾ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਦ ਦਾ ਮਤਲਬ ਜਦੋਂ ਕੋਈ ਵੀ ਨਹੀਂ ਸੀ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਸੀ। ਜਦੋਂ ਕੋਈ ਵੀ ਨਹੀਂ ਸੀ, ਨਾ ਧਰਤੀ, ਨਾ ਆਕਾਸ਼, ਨਾ ਬ੍ਰਹਿਮੰਡ, ਗੁਰੂ ਗ੍ਰੰਥ ਸਾਹਿਬ ਜੀ ਉਦੋਂ ਵੀ ਸਨ। ਇੱਥੇ ਇੱਕ ਭੁਲੇਖੇ ਵਿੱਚ ਨਾ ਪੈਣਾ। ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਸਰੂਪ ਕਿਹੜਾ ਸੀ? ਭਾਵੇਂ ਕਿ ਉਦੋਂ ਚੌਰ ਗੁਰੂ ਜਾਣੇ ਝੁੱਲਦਾ ਹੀ ਹੋਵੇ, ਕਿਉਂਕਿ ਰੱਬ ਕੋਲ ਕਿਹੜਾ ਇੱਕ ਧਰਤੀ ਹੈ। ਇਹ ਵੀ ਮੈਂ ਤਾਂ ਵਿੱਚ ਲੂਜ ਕਰਕੇ ਕਹਿ ਰਿਹਾ ਵੀ ਇਹ ਗਿਆਨ ਕਿਤੇ ਲੰਗੜਾ ਨਾ ਹੋ ਜਾਏ। ਹੋ ਸਕਦਾ ਉਦੋਂ ਵੀ ਕਿਤੇ ਪ੍ਰਕਾਸ਼ ਹੋਵੇ, ਕਿਤੇ ਐਵੇਂ ਕਹਿ ਦਈਏ ਜੀ ਉਦੋਂ ਕੁਝ ਨਹੀਂ ਸੀ, ਕੋਈ ਪਤਾ ਨਹੀਂ। ਕਿਉਂਕਿ ਤੁਸੀਂ ਵੇਖੋ, ਜਿਸ ਵੇਲੇ ਬਗਦਾਦ ਦੇ ਵਿੱਚ ਪੀਰ ਦਸਤਗੀਰ ਆਇਆ ਤੇ ਸਤਿਗੁਰਾਂ ਨੇ ਕਿਹਾ ਲੱਖ ਪਤਾਲ ਲੱਖਾਂ ਆਕਾਸ਼ ਹਨ, ਉਹਨੇ ਕਿਹਾ 7 ਨੇ। ਹਜ਼ੂਰ ਨੇ ਕਿਹਾ ਲੱਖਾਂ ਨੇ। ਉਹਨੇ ਕਿਹਾ ਦਿਖਾਓ, ਤੇ ਭਾਈ ਗੁਰਦਾਸ ਜੀ ਕਹਿੰਦੇ ਨਾਲ ਲੀਤਾ ਬੇਟਾ ਪੀਰ ਦਾ, ਉਹਦੇ ਲੜਕੇ ਨੂੰ ਉਂਗਲ ਲਾਇਆ ਬਾਬੇ ਨਾਨਕ ਨੇ, ਅੱਖੀ ਮੀਟ ਗਿਆ ਹਵਾਈ, ਉਹਨੂੰ ਨਾਲ ਲੈ ਕੇ ਉੱਡ ਗਿਆ। ਕਿਤੇ ਬੈਠੇ ਉੱਥੇ ਹੀ ਸਨ, ਬਾਹਰਲਿਆਂ ਨੂੰ ਦਿਸਦਾ ਸੀ ਇੱਥੇ ਬੈਠੇ ਹੋਏ। ਗੁਰੂ ਨਾਨਕ ਦੇਵ ਜੀ ਉਸ ਦੇਹ ਕਰਕੇ ਉੱਥੇ ਬੈਠੇ ਨੇ, ਪੀਰ ਦਾ ਬੇਟਾ ਵੀ ਉੱਥੇ ਬੈਠਾ ਹੋਇਆ। ਸਿਰਫ ਉਹਦੀ ਉਂਗਲ ਫੜੀ, ਬਸ ਕੱਢ ਲਿਆ ਵਿੱਚੋਂ ਸਾਰਾ ਕੁਝ ਲੈ ਕੇ ਕਿਤੇ ਹੋਰ ਚਲੇ ਗਏ।
थोड़े चिर बाद वापस आए, ते जदों वापस आए ना, उस पीर दस्तगीर दे पुत्र दे हत्थ विच देग सी, कड़ाह प्रसाद दी देग। हद हो गई, अस्थूल देग जिहड़ी दिसन वाली। ये चीज़ां साडी समझ विच नहीं आउणगीਆਂ, ये साडी पकड़ विच नहीं आउणगीਆਂ। साध संगत जी किवें हो जांदा, हुण भी हो जांदा कई थावां ते। देग किते वरतदी शक कोई लैंदा है, कहोगे इस नूं? ये साडी समझ दीयां गल्लां नहीं। सानू साडे कपड़े बड़े छोटे छोटे ने, सानू वो बड़े कपड़े पूरे नहीं आउंदे। तुसीं वेख्या होना ना, मैं एक बच्चे नूं वेख्या, उहने अपने दादे वाला कमीज पा लिया, पिछे रुलदा जाए, कदी डिग पवे पैरां नूं अड़ के, कदी उठ पए। हालात साडी भी ये बनी है, साडा बापू बहुत वड्डा है, असीं उहदे वाले कपड़े पा बैठे हाँ, पूरे आउंदे कोई नहीं, डिगदे फिरने आ, मैं समझ नहीं आउंदी। बहुत वड्डे ने गुरु नानक साहब, गुरु ग्रंथ साहब, सानू उन्हां दा उपदेश पूरा ही कोई नहीं आउंदा पिया, मैं पा बैठे गल विच। पहलां सानू उन्हां तो खुराक लैके खानी चाहिदी है, फिर पाईए। ये देग उत्थों आ गई। मैं इहदे उत्ते बहुता नहीं बोलना चाहुंदा, स्टेजी गल्लां नहीं हुंदियां। वो देग क्यों लियांदी, ते जदों उहने अखां खोलियां ना दस्तगीर दे पुत्र ने, ते गुरु नानक साहब कहंदे भी बेटा इन्हां नूं दस तूं कित्थे गया सी। दस्तगीर कहंदा भी कोई जादू ते नहीं वेख्या। कहन लगा जी जादू ते तां हुंदा ना, जे तां ही ते देग लियांदी, भी किते फिर कह देना सी इन्हां जादू विखा दिता है। देग उत्थों तां लियांदी है। उहने पुछया उत्थे की सी? ਉਹ ਕਹਿੰਦਾ जी ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗੇ, ਆ ਜਿਹੜਾ ਬਾਬਾ ਨਾਨਕ ਬੈਠਾ ਇਹਦੀ ਗੱਲ ਕੱਲੀ ਇੱਥੇ ਨਹੀਂ ਚੱਲਦੀ। ਮੈਂ ਹਜ਼ਾਰਾਂ ਧਰਤੀਆਂ ਤੇ ਗਿਆ, ਜਿੱਥੇ ਜਾਣਾ ਉੱਥੇ ਦੀਵਾਨ ਸਜਿਆ ਹੈ, ਤੇ ਉੱਥੇ ਹੀ ਬਾਬੇ ਨਾਨਕ ਦੀ ਗੱਲ ਪਈ ਚੱਲਦੀ। ਉੱਥੇ ਹੀ ਉਹਦੀ ਉਸੇ ਤਰ੍ਹਾਂ ਗੱਲ ਚੱਲ ਰਹੀ ਹੈ। ਇਸ ਕਰਕੇ ਇਹਦਾ ਦਾਇਰਾ ਕੋਈ ਨਹੀਂ, ਪਤਾ ਨਹੀਂ ਕਿ ਕਿਹੜੀ ਧਰਤੀ ਤੇ ਕੀ ਚੱਲਦਾ ਹੈ। पतालां पाताल लख आगासां आगास, उड़क उड़क भाल थके वेद कहण एक बात। इस तरह बेअंत प्रभु आद गुरु ग्रंथ साहिब जी का स्वरूप सूक्ष्म भी है, ते अस्थूल साडे सामने असी दर्शन कर रहे हैं, असी बाणी पढ़ सकते हैं, चौर साहिब कर रहे हैं। ते जे किते किसे नूं भुलेखा होवे भी असी गुरु ग्रंथ साहिब जी नूं किसी तरह खत्म करके उसका स्वरूप खत्म कर देंगे, ये गुरु इन्ना वड्डा जिहदा अस्थूल स्वरूप कायम रहे तां भी ये है, जे ना रहे तो तां भी इत्थे कायम है। गुरु गुप्त भी है तो प्रगट भी है। तां आद सच जो पहला मुढ़ तो सी, उन्होंने गुरु अर्जन देव साहब कह रहे हैं जुगाद सच। जुगां तो आद विच भी वो सच कायम सी। है भे सच नानक होसी भे सच। ये जिहड़े श्लोक शब्द ने ये जपजी साहब दे विच भी आए ने, पर उत्थे भब्बे नूं बिहारी है, इत्थे सिहारी पा दित्ती गई। वैसे इहदा इतिहास भी नाल चलदा, बारठ पिंड जिथे बाबा श्री चंद दा स्थान है। कुछ रवायतां कुछ इतिहासक साखियां ये कहिंदियां ने कि गुरु अर्जन देव जी 16 अष्टपदियां उच्चारण करके ते फिर गए सन बाबा श्री चंद जी को दर्शन करन वास्ते। ते इतिहास कहंदा गुरु साहब जाते रहे ने, वो भी आउंदे रहे मिलण वास्ते। तां इन्हां इतिहासक कहानियां दा एक कहना है कि गुरु अर्जन देव जी ने कहा सी अगों तुसीं उचारो, ते उन्हां ने कहा भी असीं अपने पिता जी की एक तुक नूं बिहारी नूं सिहारी ते कर देना। कुछ भी होवे, ये गुरु अर्जन देव पातशाह जी भी उच्चारण कर सकते हैं, क्योंकि तुसीं वेखोगे गुरु नानक देव जी द्वारा उच्चारण किए हुए श्लोक जिथे आपां पढ़ने आ, पवन गुरु पानी पिता माता धरत महत, ये श्लोक गुरु अंगद देव सच्चे पातशाह दूजे पातशाह ने भी उच्चारण किया बाद विच दूजी बार, थोड़े थोड़े फर्क नाल। जिवें इत्थे पढ़िया जाता है नानक ते मुख उजले केती छुट्टी नाल, उत्थे शब्द आएगा नानक ते मुख उजले होर केती छुट्टी नाल।
ਉਹਨਾਂ ਨੇ ਉਚਾਰਿਆ। ਪਰ ਇਸ ਨੂੰ ਆਪਾਂ ਗੁਰੂ ਬਾਣੀ ਹੀ ਕਹਿ ਸਕਦੇ ਹਾਂ। ਇਹ ਸਿਰਫ ਗੁਰੂ ਸਾਹਿਬ ਨੇ ਕਿਉਂ ਉਚਾਰੇ ਕਿ ਇੱਕ ਗੁਰੂ ਸਾਹਿਬ ਨੇ ਪਹਿਲਾਂ ਉਚਾਰਿਆ ਕਿ ਕੇਤੀ ਛੁੱਟੀ ਨਾਲ, ਦੂਸਰੇ ਗੁਰੂ ਸਾਹਿਬ ਨੇ ਉਚਾਰਿਆ ਹੋਰ ਕੇਤੀ ਛੁੱਟੀ ਨਾਲ। ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਕਿ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਇੱਥੇ ਆ ਗਿਆ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ, ਜਾਂ ਉਹਨਾਂ ਨੇ ਸਲਾਹ ਦਿੱਤੀ ਬਾਬਾ ਸ੍ਰੀ ਚੰਦ ਨੇ, ਇਹ ਗੁਰੂ ਜਾਣੇ। ਇੱਥੇ ਭੱਬੇ ਨੂੰ ਸਿਹਾਰੀ ਕਿਉਂ ਲਾਈ, ਸ਼ਬਦਾਂ ਵਿੱਚ ਥੋੜ੍ਹੇ ਥੋੜ੍ਹੇ ਫਰਕ ਕਿਉਂ ਪਾਏ ਨੇ? ਸਾਧ ਸੰਗਤ ਜੀ, ਇਹਦਾ ਇੱਕੋ ਕਾਰਨ ਹੈ ਕਿ ਇਹ ਫਰਕ ਤਾਂ ਪਾਏ ਗਏ ਵੀ ਜਦੋਂ ਸਿੱਖ ਬਾਣੀ ਪੜ੍ਹੇ ਤੇ ਉਹਦੇ ਅੰਦਰ ਸੁਚੇਤ ਹੋਵੇ ਵੀ ਇਹ ਫਰਕ ਕਿਉਂ ਹੈ, ਸਿਹਾਰੀ ਬਿਹਾਰੀ ਦਾ ਖਿਆਲ ਰੱਖੇ। ਚਰਚਾ ਚੱਲੇ ਇਸ ਚੀਜ਼ ਦੀ ਕਿ ਇੱਧਰ ਸਿਹਾਰੀ ਲੱਗੀ ਇਹਨੂੰ ਇਸ ਤਰ੍ਹਾਂ ਉਚਾਰਨਾ, ਬਿਹਾਰੀ ਲੱਗੀ ਇਹਨੂੰ ਇਸ ਤਰ੍ਹਾਂ ਉਚਾਰਨਾ। ਇਹ ਸਿਰਫ ਸੁਚੇਤ ਕਰਨ ਵਾਸਤੇ ਕਿਤੇ ਕਿਤੇ ਸ਼ਬਦਾਂ ਵਿੱਚ ਥੋੜ੍ਹੇ ਥੋੜ੍ਹੇ ਫਰਕ ਪਾਏ ਗਏ ਕਿ ਬਾਣੀ ਪੜ੍ਹਨ ਲੱਗਿਆਂ ਗੁਰਸਿੱਖ ਸੁਚੇਤ ਰਵੇ, ਸੁੱਤਾ ਨਾ ਪੜ੍ਹਦਾ ਜਾਏ ਸਾਰੀ ਉਮਰ। ਅਸੀਂ ਕਈ ਵਾਰੀ ਕਹਿੰਦੇ ਹਾਂ ਬਾਣੀ ਜਿਵੇਂ ਮਰਜ਼ੀ ਪੜ੍ਹੋ, ਪ੍ਰੇਮ ਹੋਣਾ ਚਾਹੀਦਾ, ਠੀਕ ਹੈ ਗੱਲ। ਪਰ ਸਾਧ ਸੰਗਤ ਜੀ, ਜੇ ਦੂਜੇ ਕੰਮ ਅਸੀਂ ਸੁਚੇਤ ਹੋ ਕੇ ਕਰਨੇ ਆ, ਕਦੀ ਇਹ ਤੇ ਨਹੀਂ ਕਹਿੰਦੇ ਪ੍ਰੇਮ ਹੋਣਾ ਚਾਹੀਦਾ। ਪ੍ਰਸ਼ਾਦਾ ਭਾਵੇਂ ਕੱਚੇ ਛਕਾ ਦਿਓ ਕਿਸੇ ਨੂੰ, ਉੱਥੇ ਨਹੀਂ ਪ੍ਰੇਮ ਚੱਲਦਾ ਸਾਡਾ। ਪ੍ਰੇਮ ਦੀ ਘਟਨਾ ਵੱਖਰੀ ਹੈ, ਉਹ ਬਹੁਤ ਵੱਖਰੀ ਹੈ। ਅਸੀਂ ਹੋਰ ਸਾਰੇ ਕੰਮਾਂ ਵਿੱਚ ਸੁਚੇਤਤਾ ਵਰਤ ਲੈਂਦੇ ਹਾਂ, ਪਰ ਜਦੋਂ ਬਾਣੀ ਪੜ੍ਹਨੀ ਆਉਂਦੀ ਉਦੋਂ ਪ੍ਰੇਮ ਨੂੰ ਅੱਗੇ ਲਾ ਕੇ ਅਸੀਂ ਗਲਤ ਪੜ੍ਹਨੀ ਸ਼ੁਰੂ ਕਰ ਦਿੰਦੇ। ਇਸ ਕਰਕੇ ਪ੍ਰੇਮ ਵੀ ਹੋਵੇ ਤੇ ਜਿੰਨਾ ਕੁ ਹੋ ਸਕੇ, ਸੰਪੂਰਨ ਤੇ ਕੋਈ ਨਹੀਂ। ਕੋਈ ਫਾਈਨਲ ਨਹੀਂ ਕਹਿ ਸਕਦਾ ਕਿ ਮੈਂ ਬਾਣੀ ਬਿਲਕੁਲ ਠੀਕ ਪੜ੍ਹ ਦਿੱਤੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਫਰਕ ਰਹਿ ਜਾਂਦਾ। ਪਰ ਇਹ ਸੁਚੇਤ ਰੱਖਣ ਵਾਸਤੇ ਵਿੱਚ ਬਿਹਾਰੀ ਦੇ ਥਾਂ ਤੇ ਗੁਰੂ ਅਰਜਨ ਦੇਵ ਜੀ ਨੇ ਸਿਹਾਰੀ ਲਾ ਦਿੱਤੀ, ਤਾਂ ਕਿ ਸਿੱਖ ਪੜ੍ਹਨ ਲੱਗਿਆਂ ਥੋੜ੍ਹਾ ਜਿਹਾ ਸੁਚੇਤ ਰਵੇ। ਉਹ ਸੱਚ ਹੁਣ ਵੀ ਸੱਚ ਹੈ ਭੇ ਸੱਚ, ਇਸ ਵਕਤ ਵੀ ਉਹ ਕਾਇਮ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਆਉਣ ਵਾਲੇ ਸਮੇਂ ਵਿੱਚ ਵੀ ਉਹ ਸਦਾ ਕਾਇਮ ਰਹੇਗਾ। ਅੱਗੇ ਇਹਦਾ ਵਿਸਤਾਰ ਹੈ ਸਾਰੇ ਸ਼ਬਦ ਵਿੱਚ। ਹਜ਼ੂਰ ਕਹਿੰਦੇ ਚਰਨ ਸਤ, ਸਤ ਪਰਸਨਹਾਰ। ਵਾਹਿਗੁਰੂ ਦੇ ਚਰਨ ਸਦਾ ਹੀ ਕਾਇਮ ਹਨ, ਉਹ ਸਦਾ ਹੀ ਕਾਇਮ ਰਹਿੰਦਾ ਹੈ। ਉਹਦੇ ਚਰਨ ਕਦੀ ਨਾਸ਼ਮਾਨ ਨਹੀਂ, ਉਹਦੇ ਸ਼ਬਦ ਸਦਾ ਹੀ ਕਾਇਮ ਹਨ। ਚਰਨ ਸਤ, ਸਤ ਪਰਸਨਹਾਰ। ਤੇ ਜਿਹੜੇ ਲੋਕ ਉਹਦੇ ਚਰਨ ਪਰਸਦੇ ਨੇ ਉਹ ਵੀ ਸਦਾ ਕਾਇਮ ਹੋ ਜਾਂਦੇ ਨੇ, ਉਹ ਵੀ ਸਦੀਵ ਕਾਲ ਵਾਸਤੇ ਸਥਿਰ ਹੋ ਜਾਂਦੇ ਨੇ, ਭਾਵ ਟਿਕ ਜਾਂਦੇ ਨੇ। ਉਹਨਾਂ ਦੇ ਵਿੱਚ ਵੀ ਦੁਬਦਾ ਨਹੀਂ ਆਉਂਦੀ। ਹਜ਼ੂਰ ਕਹਿੰਦੇ ਪੂਜਾ ਸਤ, ਸਤ ਸੇਵਦਾਰ। ਅਕਾਲ ਪੁਰਖ ਦੀ ਪੂਜਾ ਜਿਹੜੀ ਹੈ ਉਹ ਵੀ ਸਦਾ ਕਾਇਮ ਰਹਿੰਦੀ ਹੈ। ਜ਼ਰੂਰੀ ਨਹੀਂ ਕਿ ਆਪਾਂ ਪੂਜਾ ਕਰਾਂਗੇ ਤੇ ਤਾਂ ਉਹਦੀ ਪੂਜਾ ਹੋਣੀ ਹੈ। ਹਰ ਇੱਕ ਜੀਵ ਅੰਦਰੋਂ ਉਹਦੀ ਪੂਜਾ ਕਰ ਰਿਹਾ ਹੈ। ਪੂਜਾ ਸਤ, ਕਾਇਮ ਰਹਿਣ ਵਾਲੀ ਹੈ ਉਹਦੀ ਪੂਜਾ, ਉਹਦਾ ਪਿਆਰ। ਹਜ਼ੂਰ ਕਹਿੰਦੇ ਸਤ ਸੇਵਦਾਰ। ਔਰ ਉਹਦੀ ਸੇਵਾਦਾਰੀ ਜਿਹੜੀ ਹੈ, ਉਹਦੀ ਸੇਵਾ ਕਰਨੀ, ਉਹਦਾ ਨਾਮ ਜਪਣਾ, ਇਹ ਵੀ ਸਦਾ ਕਾਇਮ ਕਰ ਦਿੰਦਾ ਮਨੁੱਖ ਨੂੰ। ਹਜ਼ੂਰ ਕਹਿੰਦੇ ਦਰਸ਼ਨ ਸਤ, ਸਤ ਪੇਖਣਹਾਰ। ਦੋ ਤਰ੍ਹਾਂ ਦੇ ਦਰਸ਼ਨ ਨੇ ਪਰਮਾਤਮਾ ਦੇ ਘਰ ਵਿੱਚ, ਵੈਸੇ ਇੱਕ ਹੀ ਹੈ। ਇੱਕ ਦਰਸ਼ਨ ਹੈ ਜਿਹੜਾ ਸ਼ੁਰੂ ਵਿੱਚ ਸਾਧਕ ਨੂੰ ਅਕਾਲ ਪੁਰਖ ਜਾਂ ਗੁਰੂ ਦਿੰਦਾ ਹੈ, ਜਿਹੜਾ ਸਿਰਫ ਝਲਕਾਰੇ ਮਾਤਰ ਹੁੰਦਾ ਹੈ। ਉਸ ਨੂੰ ਵਿਸ਼ਵਾਸ ਪੈਦਾ ਕਰਨ ਵਾਸਤੇ ਕੋਈ ਨਾ ਕੋਈ ਘਟਨਾ ਵਰਤਾ ਦਿੰਦਾ, ਉਹਦੇ ਨਾਲ ਉਹਨੂੰ ਇੱਕ ਕੇਂਦਰ ਬਿੰਦੂ ਦੇ ਦਿੰਦਾ ਵੀ ਉਹ ਹੈ ਕੁਝ। ਪਰ ਜਿਹੜਾ ਉਹਦਾ ਦਰਸ਼ਨ ਅਖੀਰਲਾ ਹੈ ਨਾ, ਉਹਨੂੰ ਗੁਰੂ ਸਾਹਿਬ ਕਹਿੰਦੇ ਦਰਸ਼ਨ ਸਤ। ਉਹ ਨਿਰੰਤਰ 24 ਘੰਟੇ ਹੋ ਜਾਂਦਾ, ਉਹ ਆਉਂਦਾ ਤੇ ਜਾਂਦਾ ਨਹੀਂ। ਫਿਰ ਉਹ ਅਖੀਰ ਤੇ ਜਾ ਕੇ ਸਦਾ ਕਾਇਮ ਹੋ ਜਾਂਦਾ, ਇੱਕੋ ਜਿਹਾ। ਦਰਸ਼ਨ ਸਤ, ਸਤ ਪੇਖਣਹਾਰ। ਤੇ ਜਿਹੜਾ ਉਹਦੇ ਦਰਸ਼ਨ ਨੂੰ ਵੇਂਦਾ, ਦੋਵੇਂ ਇੱਕੋ ਹੋ ਜਾਂਦੇ ਨੇ। ਵੇਖਣ ਵਾਲਾ ਤੇ ਦਿਸਣ ਵਾਲਾ ਇਕੱਠੇ ਨੇ, ਕੌਣ ਵੇਖੇਗਾ ਤੇ ਕੌਣ ਦਿਸੇਗਾ, ਦੋਵੇਂ ਇੱਕ ਹੋ ਗਏ। ਦਰਸ਼ਨ ਸਤ, ਸਤ ਪੇਖਣਹਾਰ। ਉਹਨੂੰ ਵੇਖਣ ਵਾਲਾ ਵੀ ਕਾਇਮ ਹੋ ਗਿਆ,
ਸਹਿਬ ਕਹਿੰਦੇ ਨਾਮ ਸਤ ਸਤ ਧਿਆਵਨ ਹਾਰ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਵੀ ਸਦਾ ਕਾਇਮ ਰਹਿਣ ਵਾਲਾ ਹੈ, ਔਰ ਜਿਹੜੇ ਉਹਨੂੰ ਪਿਆਰ ਨਾਲ ਧਿਆਉਂਦੇ ਨੇ, ਯਾਦ ਕਰਦੇ ਨੇ, ਉਹ ਵੀ ਸਦੀਵ ਕਾਲ ਵਾਸਤੇ ਕਾਇਮ ਹੋ ਜਾਂਦੇ। ਹਜ਼ੂਰ ਕਹਿੰਦੇ ਆਪ ਸਤ ਸਤ ਸਭ ਧਾਰੀ। ਉਹ ਆਪ ਸਦਾ ਕਾਇਮ ਰਹਿਣ ਵਾਲਾ ਹੈ, ਔਰ ਜਿੰਨੀ ਸ੍ਰਿਸ਼ਟੀ ਹੈ ਇੱਕ ਸੱਚੇ ਆਧਾਰ ਦੇ ਉੱਤੇ, ਧਾਰੀ ਦੇ ਅਰਥ ਨੇ ਆਧਾਰੀ, ਖੜੀ ਕੀਤੀ ਗਈ ਹੈ ਭਾਵ ਸ਼ਬਦ ਦੇ ਉੱਤੇ। ਆਪੇ ਗੁਣਕਾਰੀ। ਉਹ ਆਪ ਗੁਣਾਂ ਦਾ ਇੱਕ ਸਰੂਪ ਹੈ। ਗੁਣਾਂ ਦਾ ਅਰਥ ਹੈ ਸੁਭਾਵ। ਜਿਵੇਂ ਕਿ ਕਿਸੇ ਵਿੱਚ ਦਇਆ ਹੋਵੇ ਨਾ, ਦਇਆ ਉਹਦੇ ਤੋਂ ਪ੍ਰਗਟ ਹੁੰਦੀ, ਅਸੀਂ ਕਹਿੰਦੇ ਹਾਂ ਦਿਆਲੂ ਹੈ, ਇਹ ਉਹਦਾ ਗੁਣ ਹੈ। ਅਕਾਲ ਪੁਰਖ ਦੇ ਜਿਹੜੇ ਗੁਣ ਨੇ ਉਹ ਗੁਣ ਸਰੂਪ ਹੈ, ਸੁਭਾਅ ਸਰੂਪ ਹੈ। ਜਦੋਂ ਕਿਸੇ ਦੇ ਜੀਵਨ ਵਿੱਚ ਉਹ ਵਸਦਾ ਹੈ ਨਾ, ਕਿੱਥੋਂ ਪਤਾ ਲੱਗੇ? ਉੱਤੇ ਕੁਝ ਛਪ ਨਹੀਂ ਜਾਂਦਾ, ਉਹਦੇ ਸਰੀਰ ਦੇ ਅੱਖਰ ਨਹੀਂ ਲਿਖੇ ਜਾਂਦੇ ਵੀ ਇਹ ਹੁਣ ਬ੍ਰਹਮ ਗਿਆਨੀ ਬਣ ਗਿਆ। ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰਭੂ ਸੁਭਾਅ ਕਰਕੇ ਪ੍ਰਵੇਸ਼ ਕਰ ਜਾਂਦਾ, ਉਹਦੇ ਸੁਭਾਅ ਵਿੱਚ ਰੱਬ ਪੈਦਾ ਹੋ ਜਾਂਦਾ, ਉਹਦੇ ਵਾਲੇ ਗੁਣ, ਉਹਦੇ ਵਾਲਾ ਸੁਭਾਅ ਉਸ ਤਰ੍ਹਾਂ ਦਾ ਉਹਦੇ ਅੰਦਰ ਪੈਦਾ ਹੋ ਜਾਂਦਾ। ਆਪੇ ਗੁਣਕਾਰੀ। ਗੁਣਕਾਰੀ ਦਾ ਅਰਥ ਹੈ ਜਿਹਦੇ ਵਿੱਚ ਉਹਦਾ ਸੁਭਾਅ ਪ੍ਰਵਿਸ਼ਟ ਹੋ ਜਾਂਦਾ, ਟਿਕ ਜਾਂਦਾ, ਸਮਾ ਜਾਂਦਾ, ਉਹ ਵੀ ਉਹ ਆਪ ਹੀ। ਹਜ਼ੂਰ ਕਹਿੰਦੇ ਸ਼ਬਦ ਸਤ ਸਤ ਪ੍ਰਭ ਬਖਤਾ। ਸ਼ਬਦ ਵੀ ਉਹਦਾ ਸਦਾ ਹੀ ਕਾਇਮ ਰਹਿੰਦਾ, ਜਿਹਨੂੰ ਜਪਿਆ ਜਾਂਦਾ ਹੈ, ਔਰ ਉਹਦਾ ਵਕਤਾ, ਉਹਨੂੰ ਬੋਲਣ ਵਾਲਾ ਵੀ ਪ੍ਰਭੂ ਆਪ ਹੀ ਹੈ। ਸੁਰਤ ਸਤ ਸਤ ਜਸ ਸੁਣਤਾ। ਤੇ ਜਿਹੜੇ ਗੁਰਮੁਖ ਪਿਆਰੇ ਆਪਣੀ ਸੁਰਤ ਦੁਆਰਾ ਉਹਦੇ ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਨੇ, ਜਾਣਨਾ ਸ਼ੁਰੂ ਕਰ ਦਿੰਦੇ ਨੇ, ਮੰਨਣਾ ਸ਼ੁਰੂ ਕਰ ਦਿੰਦੇ ਨੇ, ਉਹ ਵੀ ਸਦੀਵ ਕਾਲ ਵਾਸਤੇ ਉਹਨਾਂ ਦੀ ਸੁਰਤ ਵੀ ਕਾਇਮ ਹੋ ਜਾਂਦੀ ਹੈ, ਔਰ ਉਹਨਾਂ ਦੇ ਜਸ ਸੁਣਨ ਵਾਲੇ ਜਿਹੜੇ ਕੰਨ ਨੇ ਉਹ ਵੀ ਕਾਇਮ ਹੋ ਜਾਂਦੇ ਹਨ। ਬੂਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਪਰ ਇਹ ਸਾਰੀਆਂ ਚੀਜ਼ਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਉਹਨਾਂ ਵਾਸਤੇ ਨੇ ਜਿਹੜੇ ਇਸ ਬੁਝਾਰਤ ਨੂੰ ਬੁੱਝ ਲੈਂਦੇ ਨੇ। ਦੂਸਰਿਆਂ ਵਾਸਤੇ ਰਾਮ ਕਹਾਣੀ ਸਮਝ ਨਹੀਂ ਆਉਂਦੀ। ਜਿਹੜੇ ਇਸ ਦਾਤ ਨੂੰ ਜੀਵਨ ਵਿੱਚ ਹੰਢਾ ਲੈਂਦੇ ਨੇ, ਉਹ ਬੁੱਝ ਲੈਂਦੇ ਨੇ, ਉਹਨਾਂ ਨੂੰ ਸਦੀਵ ਕਾਲ ਵਾਸਤੇ ਸਤ ਭਾਵ ਉਹਨਾਂ ਦਾ ਤਜਰਬਾ ਸਤ ਸਰੂਪ ਹੋ ਜਾਂਦਾ, ਔਰ ਉਹ ਪ੍ਰਭੂ ਵੀ ਸਦਾ ਹੀ ਕਾਇਮ ਰਹਿਣ ਵਾਲਾ ਉਹਨਾਂ ਦੇ ਵਿੱਚ ਵਿਚਰਦਾ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ। ਉਸ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਸੁਭਾਅ ਦੀ ਇੱਕ ਤਸਵੀਰ ਬਣ ਜਾਂਦੀ ਹੈ, ਜਿਹੜੀ ਦੂਸਰੇ ਨੂੰ ਨਜ਼ਰ ਨਹੀਂ ਆਉਂਦੀ। ਉਹਦੇ ਸੁਭਾਅ ਦੇ ਅੰਦਰ ਇੱਕ ਪ੍ਰਭੂ ਦੇ ਸੁਭਾਅ ਦੀ ਤਸਵੀਰ ਬਣ ਜਾਂਦੀ ਹੈ। ਉਹਨੂੰ ਉਹ ਵਾਰ-ਵਾਰ ਵੇਖਦਾ, ਔਰ ਫਿਰ ਉਹ ਬਾਹਰੋਂ ਵੀ ਪ੍ਰਗਟ ਹੋਣ ਲੱਗ ਪੈਂਦੀ ਹੈ। ਜਿਵੇਂ ਉਹ ਖੁਦ ਬੇਪਰਵਾਹ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਉਹ ਵੀ ਬੇਪਰਵਾਹ ਹੋ ਗਿਆ। ਜਿਵੇਂ ਉਹ ਆਪ ਸਾਧ ਸੰਗਤ ਜੀ ਨਿਰਭਉ ਹੈ, ਨਿਰਵੈਰ ਹੈ, ਈਰਖਾ ਰਹਿਤ ਹੈ, ਪਰ ਉਪਕਾਰ ਦਾ ਮੁਜੱਸਮਾ ਹੈ, ਜਿਨ੍ਹਾਂ ਵਿੱਚ ਉਹ ਵਸਿਆ ਉਹਨਾਂ ਦੇ ਸਰੀਰਾਂ ਵਿੱਚੋਂ ਇਹ ਚੀਜ਼ਾਂ ਪ੍ਰਗਟ ਹੋਣ ਲੱਗ ਪੈਂਦੀਆਂ, ਸਾਹਮਣੇ ਆਉਣ ਲੱਗ ਪੈਂਦੀਆਂ ਆਪਣੇ ਆਪ। ਇਸ ਤਰ੍ਹਾਂ ਕਹਿੰਦੇ ਸਤ ਸਰੂਪ ਹਿਰਦੈ ਜਿਨ ਮਾਨਿਆ, ਜਿਸ ਨੇ ਆਪਣੇ ਹਿਰਦੇ ਵਿੱਚ ਇਸ ਚੀਜ਼ ਨੂੰ ਧਾਰਨ ਕਰ ਲਿਆ, ਮੰਨ ਲਿਆ, ਉਸ ਨੇ ਇਸ ਜਗਤ ਦੇ ਕਰਨ ਵਾਲੇ ਤੇ ਕਰਾਉਣ ਵਾਲੇ ਮੂਲ ਨੂੰ, ਉਸ ਸ਼ਬਦ ਨੂੰ ਪਹਿਚਾਨ ਲਿਆ। ਮੂਲ ਤੱਤ ਜਿਹਨੂੰ ਕਹਿੰਦੇ, ਮੂਲ ਦਾ ਅਰਥ ਹੈ ਜੜ, ਉਸ ਨੂੰ ਪਹਿਚਾਨ ਲਿਆ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਹੁਣ ਦੋ ਚੀਜ਼ਾਂ ਨੇ, ਵਿਸ਼ਵਾਸ ਦਾ ਆਉਣਾ ਤੇ ਤਤ ਗਿਆਨ ਦਾ ਪ੍ਰਗਟ ਹੋ ਜਾਣਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰਾ ਵਿਸ਼ਵਾਸ ਆ ਜਾਏ, ਅਧੂਰਾ ਨਹੀਂ, ਅੱਧਾ ਨਹੀਂ, ਅੱਧੀਆਂ ਚੀਜ਼ਾਂ ਕੰਮ ਨਹੀਂ ਕਰਦੀਆਂ, ਖਿਆਲ ਰੱਖ। ਹੈਣ ਸਾਡੇ ਸਾਰਿਆਂ ਵਿੱਚ ਸਾਰੀਆਂ ਚੀਜ਼ਾਂ, ਪਰ ਅੱਧੀਆਂ ਨੇ ਅਜੇ। ਉਹਦੀ ਇੱਕ ਐਸੀ ਕਲਾ ਹੈ ਕਿ ਉਹ 100% ਤੋਂ ਬਿਨਾਂ ਮੰਨਦਾ ਨਹੀਂ।
ਜੇ 99 ਵੀ ਰਹਿ ਗਿਆ। ਇਹਦੀ ਇੱਕ ਉਦਾਹਰਨ ਦਿੰਦੇ ਨੇ ਗੁਰੂ ਪਿਆਰੋ, ਕਹਿੰਦੇ ਨੇ ਤੁਸੀਂ ਪਾਣੀ ਰੱਖੋ ਚੁੱਲ੍ਹੇ ਤੇ, ਅੱਗ ਬਾਲ ਦਿਓ ਤੇ ਪਾਣੀ ਭਾਪ ਬਣ ਕੇ ਉੱਡਦਾ ਤਾਂ ਹੈ ਜੇ 100 ਡਿਗਰੀ ਤੇ ਚਲਾ ਜਾਏ, ਗਰਮ ਹੋ ਜਾਏ, ਫਿਰ ਉਹ ਭਾਪ ਬਣ ਕੇ ਉੱਡਦਾ। ਜੇ ਉਹ 99.99 ਵੀ ਰਵੇ, ਇੱਕ ਪੁਆਇੰਟ ਘਟ ਜਾ ਉਹਦੇ ਵਿੱਚੋਂ ਤੇ ਉਹਦੀ ਭਾਪ ਨਹੀਂ ਬਣੇਗੀ, ਉਬਲੀ ਜਾਏਗਾ। ਇਹ ਜਿਹੜਾ ਨਾ ਜਾਣਕਾਰੀ ਦਾ ਵਿਸ਼ਵਾਸ, ਪੂਰਾ ਵਿਸ਼ਵਾਸ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸੇ ਪੁੱਛਿਆ ਵੀ ਖਾਲਸਾ ਕਿਹਨੂੰ ਕਹਿੰਦੇ ਨੇ, ਤੇ ਹਜ਼ੂਰ ਨੇ ਉਹਨਾਂ ਕਿਹਾ ਵੀ ਜਿਹਦੇ ਵਿੱਚ ਪ੍ਰੇਮ ਹੋਵੇ ਰੱਬ ਦਾ, ਜਿਹਦੇ ਵਿੱਚ ਭਰੋਸਾ ਹੋਵੇ, ਪ੍ਰਤੀਤ ਹੋਵੇ। ਪੁੱਛਣ ਵਾਲਾ ਕਹਿੰਦਾ ਮਹਾਰਾਜ ਇਹ ਤੇ ਦੋਵੇਂ ਚੀਜ਼ਾਂ ਮੇਰੇ ਵਿੱਚ ਵੀ ਹਨ। ਮੇਰੇ ਵਿੱਚ ਪ੍ਰੇਮ ਹੁੰਦਾ ਹੀ ਹੈ ਨਾ, ਜਿਹੜਾ ਮਨੁੱਖ ਗੁਰੂ ਕੋਲ ਆਉਂਦਾ ਕੁਝ ਨਾ ਕੁਝ ਪ੍ਰੇਮ ਹੈ ਤਾਂ ਹੀ ਤੁਰ ਕੇ ਆਇਆ ਨਾ ਗੁਰੂ ਦੇ ਚਰਨਾਂ ਵਿੱਚ, ਭਰੋਸਾ ਹੈ ਤਾਂ ਹੀ। ਹਜ਼ੂਰ ਕਹਿੰਦੇ ਭਾਈ ਤੇਰੇ ਵਿੱਚ ਪ੍ਰੇਮ ਹੈ ਪਰ ਪੂਰਨ ਨਹੀਂ, ਥੋੜਾ ਜਿਹਾ ਕਿਤੇ ਕਮੀ ਰਹਿ ਗਈ। ਉਹਨਾਂ ਕਿਹਾ ਉਹ ਕਿਵੇਂ ਦਾ? ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਜੈ, ਪ੍ਰਤੀਤ ਪੂਰੀ ਹੋਵੇ ਤੇ ਪ੍ਰੇਮ ਪੂਰਾ ਹੋਵੇ, ਅੱਧਾ ਨਾ ਹੋਵੇ। ਅਧੂਰਾ ਪ੍ਰੇਮ ਉਹ ਹੁੰਦਾ ਜਿਹੜਾ ਕਿਤੇ ਜਾ ਕੇ ਹਿੱਲ ਜਾਂਦਾ ਹੈ, ਤੇ ਗੁਰੂ ਵੀ ਐਸਾ ਸਮਰੱਥ ਹੈ ਵੀ ਇਹ ਜਿਹੜਾ ਕਵੇ ਨਾ ਮੈਂ ਪੂਰੇ ਪ੍ਰੇਮੀ ਬਣਨਾ ਹੈ, ਉਹਨੂੰ ਫਿਰ ਚੰਗੀ ਤਰ੍ਹਾਂ ਝੰਜੋੜ ਕੇ ਵੇਖਦਾ ਵੀ ਕਿਤੇ ਸ਼ੰਕਾ ਉੱਠਦਾ ਕਿ ਨਹੀਂ ਇਹਦੇ ਵਿੱਚ, ਚੰਗੀ ਤਰ੍ਹਾਂ ਇੱਧਰ ਉੱਧਰ ਖਿੱਚ ਕੇ ਵੇਖ ਲੈਂਦਾ ਹੈ। ਤੇ ਜੇ ਪਿਛਲੀ ਕਲਾਸ ਜਿਹੜੀ ਉਹਦੇ ਅੰਦਰ ਅੱਧਾ ਕੰਮ ਚੱਲੀ ਜਾਂਦਾ, ਨਾਲ ਸੰਸਾਰ ਦਾ ਵੀ ਕੰਮ ਚੱਲਦਾ। ਇਹ ਪੂਰਾ ਪ੍ਰੇਮ ਗੁਰੂ ਦੀ ਕਿਰਪਾ ਦੁਆਰਾ ਪੈਦਾ ਹੁੰਦਾ। ਜਿਹਦੇ ਹਿਰਦੇ ਦੇ ਵਿੱਚ ਇਹ ਵਿਸ਼ਵਾਸ ਆ ਜਾਏ ਨਾ, ਪੂਰੇ ਦਾ ਮਤਲਬ ਵੀ ਹੁਣ ਬਸ ਜੋ ਹੋਵੇ ਸੋ ਹੋਵੇ, ਜੋ ਇੱਕ ਨਿਸ਼ਾਨਾ ਮਿਥ ਲਿਆ ਉਹਦੇ ਉੱਤੇ ਜ਼ਿੰਦਗੀ ਖਤਮ ਕਰ ਦੇਣੀ, ਉਹਨੂੰ ਕਹਿੰਦੇ ਪੂਰਾ ਪ੍ਰੇਮ। ਉੱਥੇ ਸ਼ਬਦ ਹੀ ਖਤਮ ਹੋ ਜਾਂਦੇ ਨੇ, ਹੋਵੇ ਕਿ ਨਾ ਹੋਵੇ, ਜੇ ਹੋਵੇ ਤਾਂ ਵੀ ਠੀਕ ਹੈ, ਜੋ ਹੋਵੇ ਸੋ ਹੋਵੇ, ਉੱਥੇ ਸ਼ਬਦ ਚੱਲਦਾ। ਤਾਂ ਇੱਥੇ ਸਤਿਗੁਰੂ ਕਹਿੰਦੇ ਨੇ ਕਿ ਜਿਹਦੇ ਹਿਰਦੇ ਦੇ ਵਿੱਚ ਗੁਰੂ ਦੀ ਕਿਰਪਾ ਦੁਆਰਾ ਪੂਰਾ ਵਿਸ਼ਵਾਸ ਆ ਗਿਆ, ਤਤ ਗਿਆਨ। ਤਤ ਗਿਆਨ ਦਾ ਅਰਥ ਹੈ ਗਿਆਨ ਦਾ ਨਿਚੋੜ, ਜਿੱਥੋਂ ਸਾਰਾ ਗਿਆਨ ਪੈਦਾ ਹੁੰਦਾ। ਤਤ ਗਿਆਨ ਦਾ ਮਤਲਬ ਹੈ ਜਿੱਥੋਂ ਉਹ ਥਾਂ, ਜਿਵੇਂ 1000 ਲਾਈਟ ਹੈ ਤੇ ਉਹਦਾ ਇੱਕ ਸਵਿਚ ਹੁੰਦਾ ਹੈ, ਉੱਥੋਂ ਚੱਲਦੀਆਂ ਸਾਰੀਆਂ, ਕੰਟਰੋਲ ਹੁੰਦਾ ਇੱਕ ਥਾਂ ਤੇ। ਗਿਆਨ ਕਈ ਨੇ ਦੁਨੀਆ ਵਿੱਚ, ਤੁਸੀਂ ਵੇਖੋਗੇ ਗਿਆਨ ਦਾ ਕੋਈ ਅੰਤ ਹੈ? ਕੋਈ ਅੰਤ ਨਹੀਂ। ਬੜੀ ਪ੍ਰਕਾਰ ਦਾ ਗਿਆਨ ਹੈ, ਤੇ ਕਈ ਵਾਰੀ ਤੇ ਬੰਦਾ ਹੈਰਾਨ ਵੀ ਹੋ ਜਾਂਦਾ, ਇੰਨੇ ਗ੍ਰੰਥ, ਇੰਨਾ ਗਿਆਨ, ਇੰਨਾ ਮੈਡੀਕਲ, ਇੰਨੀ ਇੰਜੀਨੀਅਰਿੰਗ, ਇਹ ਇਮਾਰਤਾਂ ਕਿਵੇਂ ਬਣਦੀਆਂ ਨੇ, ਖਗੋਲ ਸ਼ਾਸਤਰ ਕੀ ਹੈ, ਬ੍ਰਹਿਮੰਡ ਵਿੱਚ ਕੀ ਹੋ ਰਿਹਾ, ਕਿੰਨਾ ਗਿਆਨ ਹੈ। ਇਹ ਵੱਖਰੇ ਵੱਖਰੇ ਗਿਆਨ ਨੇ, ਪਰ ਇਹਨਾਂ ਸਾਰਿਆਂ ਦੀ ਉਪਜ ਜਿਹੜੀ ਹੈ ਉਹ ਇੱਕੋ ਥਾਂ ਤੋਂ ਹੁੰਦੀ, ਉਹਨੂੰ ਕਹਿੰਦੇ ਤਤ ਗਿਆਨ। ਤਤ ਦਾ ਅਰਥ ਹੈ ਨਿਚੋੜ। ਜਿਵੇਂ ਕੋਈ 100 ਕਿੱਲਾ ਜ਼ਮੀਨ ਵੇਚ ਕੇ ਇੱਕ ਛੋਟਾ ਜਿਹਾ ਹੀਰਾ ਖਰੀਦ ਲਵੇ, ਉਹ 100 ਕਿੱਲੇ ਨੂੰ ਸਾਰੀ ਨੂੰ ਨਹੀਂ ਵੇਖ ਸਕਦਾ, ਨਾ 100 ਕਿੱਲੇ ਨੂੰ ਚੁੱਕ ਕੇ ਆਪਣੀ ਜੇਬ ਵਿੱਚ ਪਾ ਸਕਦਾ, ਪਰ ਉਸ 100 ਏਕੜ ਜ਼ਮੀਨ ਨੂੰ ਵੇਚ ਕੇ ਜਿਹੜਾ ਉਹਦਾ ਹੀਰਾ ਹੈ ਨਾ ਛੋਟਾ ਜਿਹਾ, ਉਹਨੂੰ ਜੇਬ ਵਿੱਚ ਪਾ ਲਏਗਾ। 100 ਏਕੜ ਬਹੁਤ ਲੰਬੀ ਚੌੜੀ ਹੈ। ਇਸ ਤਰ੍ਹਾਂ ਜਿਹੜਾ ਤਤ ਗਿਆਨ ਹੈ ਉਹ ਬਿਲਕੁਲ ਕਿਣਕਾ ਮਾਤਰ, ਜਿਹਨੂੰ ਗੁਰੂ ਸਾਹਿਬ ਨੇ ਪਿੱਛੇ ਕਿਹਾ, ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਉਹ ਕਿਣਕਾ ਜਿਹਦੇ ਹੱਥ ਵਿੱਚ ਆ ਗਿਆ, ਸਾਰਾ ਬ੍ਰਹਮੰਡ ਉਹਦੇ ਹੱਥਾਂ ਵਿੱਚ ਆ ਗਿਆ। ਉਹ ਸਮਰੱਥ ਗੁਰੂ ਨੇ ਉਹਦੇ ਸਿਰ ਤੇ ਹੱਥ ਰੱਖਿਆ। ਇਸ ਕਰਕੇ ਉਹਨੂੰ ਕਹਿੰਦੇ ਤਤ ਗਿਆਨ। ਮਥਿਆ ਹੋਇਆ ਗਿਆਨ, ਸਾਰੇ ਗਿਆਨਾਂ ਦਾ ਸਾਰ ਉਹਦੇ ਮਨ ਦੇ ਵਿੱਚ ਪ੍ਰਗਟ ਹੋ ਜਾਏਗਾ, ਜਿਹਦੇ ਹਿਰਦੇ ਵਿੱਚ ਵਿਸ਼ਵਾਸ ਆ ਗਿਆ। ਬਸ ਆ ਜਿੰਨੇ ਗਿਆਨ ਨੇ ਬਾਹਰੋਂ ਦਿੱਤੇ ਜਾਂਦੇ ਨੇ, 3 ਅਵਸਥਾਵਾਂ ਨੇ। ਗਿਆਨ ਤਾਂ ਸਮਝਾਇਆ ਜਾਂਦਾ ਹੈ ਕਿ ਮਨੁੱਖ ਨੂੰ ਵਿਸ਼ਵਾਸ ਆ ਜਾਏ। ਵਿਸ਼ਵਾਸ ਆਉਣ ਤੋਂ ਬਾਅਦ ਤਤ ਗਿਆਨ ਵੱਖਰਾ ਹੈ, ਉਹ ਪੈਦਾ ਹੁੰਦਾ ਹੈ। ਹਾਂ, ਜੇ ਕਦੀ ਕੋਈ ਸਿੱਧੇ ਵਿਸ਼ਵਾਸ ਵਿੱਚ ਆ ਜਾਂਦਾ, ਉਹਨੂੰ ਗਿਆਨ ਦੱਸਣਾ ਹੀ ਨਹੀਂ ਪੈਂਦਾ, ਤੇ ਸਿੱਧਾ ਵਿਸ਼ਵਾਸ ਆ ਜਾਏ ਤੇ ਉੱਥੇ ਫਿਰ ਬਾਹਰਲੇ ਗਿਆਨ ਦੀ ਵੀ ਲੋੜ ਨਹੀਂ ਰਹਿੰਦੀ, ਸਿੱਧਾ ਉੱਥੇ ਫਿਰ ਗਿਆਨ ਆਪੇ ਪ੍ਰਗਟ ਹੋ ਜਾਂਦਾ। ਤਤ ਗਿਆਨ ਤਿਸ ਮਨ ਪ੍ਰਗਟਾਇਆ
ਹਜੂਰ ਕਹਿੰਦੇ ਭੈ ਤੇ ਨਿਰਭਉ ਹੋਏ ਬਸਾਨਾ। ਪਹਿਲਾਂ ਜਿਹੜਾ ਜੀਵਨ ਭੈ ਵਿੱਚ ਸੀ, ਤਤ ਗਿਆਨ ਦੇ ਪ੍ਰਗਟ ਹੁੰਦਿਆਂ ਸਾਰ ਉਹ ਨਿਰਭਉ ਹੋ ਗਿਆ। ਭੈ ਇਸ ਚੀਜ਼ ਦਾ ਸੀ ਮੈਂ ਕਿਤੇ ਮਿਟ ਨਾ ਜਾਵਾਂ, ਪਰ ਤਤ ਗਿਆਨ ਨੇ ਦੱਸ ਦਿੱਤਾ ਤੂੰ ਮਿਟ ਹੀ ਨਹੀਂ ਸਕਦਾ, ਤੂੰ ਮਿਟਣ ਵਾਲੀ ਹਸਤੀ ਹੈ ਹੀ ਨਹੀਂ। ਤੇ ਜਿਹੜੀ ਚੀਜ਼ ਮਿਟਣ ਵਾਲੀ ਆ ਦੇਹ ਤੇ ਹੋਰ ਸਾਰਾ ਕੁਝ, ਇਹ ਕਦੀ ਰਹੀ ਨਹੀਂ, ਇਹ ਤੇ ਮਿਟਣੀ ਹੈ। ਤੂੰ ਕਦੀ ਨਹੀਂ ਮਿਟੇਗਾ, ਸਦਾ ਕਾਇਮ ਰਹਿਣ ਵਾਲਾ। ਇਸ ਕਰਕੇ ਉਹ ਭੈ ਤੋਂ ਉੱਚਾ ਉੱਠ ਕੇ ਨਿਰਭਉ ਹੋ ਗਿਆ। ਭੈ ਤੇ ਨਿਰਭਉ ਹੋਏ ਬਸਾਨਾ। ਹਜੂਰ ਕਹਿੰਦੇ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਹਦੇ ਵਿੱਚੋਂ ਜੀਵਨ ਉਪਜਿਆ ਸੀ ਉਹਦੇ ਵਰਗਾ ਬਣ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਬਸਤ ਮਾਹੇ ਲੈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਇੱਕ ਵਸਤੂ ਵਿੱਚ ਦੂਸਰੀ ਉਸੇ ਤਰ੍ਹਾਂ ਦੀ ਵਸਤੂ ਪਾ ਦੀ, ਜਿਵੇਂ ਦੁੱਧ ਵਿੱਚ ਦੁੱਧ ਪਾਈਏ, ਪਾਣੀ ਵਿੱਚ ਪਾਣੀ ਪਾ ਦੀ, ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਉਹ ਇੱਕ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਪ੍ਰਭੂ ਦਾ ਪਿਆਰਾ ਤੇ ਪ੍ਰਭੂ ਇੱਕੋ ਜਿਹੇ ਹੋ ਜਾਂਦੇ, ਮਿਲ ਜਾਂਦੇ ਆਪਸ ਵਿੱਚ। ਉਹਨਾਂ ਨੂੰ ਪਹਿਚਾਨਿਆ ਨਹੀਂ ਜਾਂਦਾ, ਉਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ, ਭੁਲੇਖਾ ਪੈ ਜਾਂਦਾ ਹੈ ਉਹਨਾਂ ਵਿੱਚ। ਦੋਵੇਂ ਇੱਕ ਰੂਪ ਹੋ ਜਾਂਦੇ ਹਨ। ਹਜੂਰ ਕਹਿੰਦੇ ਬੂਝੈ ਬੂਝਣਹਾਰ ਵਿਵੇਕ। ਇਸ ਅਵਸਥਾ ਨੂੰ ਕੋਈ ਵਿਵੇਕੀ ਮਨੁੱਖ ਹੀ ਬੁੱਝ ਸਕਦਾ ਹੈ। ਨਾਰਾਇਣ ਮਿਲੇ ਨਾਨਕ ਏਕ। ਇੱਕ ਨਾਰਾਇਣ ਵਾਹਿਗੁਰੂ ਦਾ ਮਿਲਾਪ ਉਹਦੇ ਵਿੱਚੋਂ ਪ੍ਰਾਪਤ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਐਸੇ ਮਨੁੱਖ ਦੀ ਵਿਆਖਿਆ ਅੱਗੇ ਕਰਦੇ ਹੋਏ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ। ਐਸੇ ਸੇਵਕ ਦਾ ਇੱਕ ਗੁਣ ਹੈ ਕਿ ਉਹ ਆਪਣੇ ਵਾਹਿਗੁਰੂ ਦੀ ਆਗਿਆ ਵਿੱਚ ਦਿਨ ਰਾਤ ਰਹਿੰਦਾ ਹੈ, ਉਹਦੇ ਹੁਕਮ ਦੇ ਵਿੱਚ, ਆਗਿਆ ਵਿੱਚ ਜਿਉਣ ਲੱਗ ਪੈਂਦਾ ਹੈ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਉਹ ਕਿਵੇਂ ਦਾ ਪੁਜਾਰੀ ਹੈ? 1 ਘੰਟੇ ਦਾ ਨਹੀਂ, ਅੱਧੇ ਘੰਟੇ ਦਾ ਪੁਜਾਰੀ ਨਹੀਂ, ਉਹ ਨਿਰੰਤਰ 8 ਪਹਿਰੀ ਪੁਜਾਰੀ ਹੋ ਜਾਂਦਾ। ਉਹਦੀ ਪੂਜਾ ਲਗਾਤਾਰ ਹੋਈ ਜਾਂਦੀ ਹੈ, ਝੁਕੀ ਜਾਂਦਾ ਉਹ ਨਿਰੰਤਰ ਉਹਦੇ ਚਰਨਾਂ ਦੇ ਵਿੱਚ, ਉਹ ਸਦਾ ਪੁਜਾਰੀ ਹੈ। ਫਿਰ ਸਾਹਿਬ ਅੱਗੇ ਬਚਨ ਕਹਿੰਦੇ ਹਨ, ਕਹਿੰਦੇ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਪ੍ਰਤੀਤ ਦਾ ਅਰਥ ਹੈ ਜਦੋਂ ਵਿਸ਼ਵਾਸ ਸੰਘਣਾ ਹੋ ਜਾਏ, ਗਾੜਾ ਹੋ ਜਾਏ। ਉਹ ਸੇਵਕ ਦੇ ਮਨ ਦੇ ਵਿੱਚ ਇੱਕ ਡੂੰਘੀ ਪ੍ਰਤੀਤ ਵਿਸ਼ਵਾਸ ਬਣੀ ਰਹਿੰਦੀ ਹੈ। ਹਜੂਰ ਕਹਿੰਦੇ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਉਹਦੀ ਜਿਹੜੀ ਰੀਤੀ ਹੈ ਨਾ, ਯਾਨੀ ਕਿ ਜੀਵਨ ਚਰਿਆ, ਉਹਦਾ ਵਰਤਣਾ ਬੋਲਣਾ, ਸੰਸਾਰ ਦੇ ਵਿੱਚ ਰਹਿਣਾ ਮੈਲ ਤੋਂ ਰਹਿਤ ਹੋ ਜਾਂਦਾ ਹੈ, ਉੱਚਾ ਹੋ ਜਾਂਦਾ ਹੈ। ਠਾਕੁਰ ਕੋ ਸੇਵਕ ਜਾਣੈ ਸੰਗ। ਇੱਕ ਉਹਦੇ ਵਿੱਚ ਇੱਕ ਇਹ ਗੁਣ ਹੁੰਦਾ ਕਿ ਉਹ ਆਪਣੇ ਪ੍ਰਭੂ ਨੂੰ ਸਦੀਵ ਕਾਲ ਵਾਸਤੇ ਨਾਲ ਜਾਣਦਾ, ਨਾਲ ਸਮਝਦਾ ਹੈ ਕਿ ਉਹ ਮੇਰੇ ਨਾਲ ਹੈ। ਔਰ ਇਹ ਨਾਲ ਰਹਿਣ ਵਾਸਤੇ ਕਿਹੜੀ ਚੀਜ਼ ਦੀ ਵਰਤੋਂ ਕਰਦਾ? ਸਿੱਧਾ ਨਹੀਂ ਕੋਈ ਨਾਲ ਰਹਿ ਸਕਦਾ, ਉਹਦੇ ਵਾਸਤੇ ਇੱਕ ਵਸਤੂ ਦੀ ਵਰਤੋਂ ਕਰਦਾ ਹੈ। ਉਸ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪ੍ਰਭ ਕਾ ਸੇਵਕ ਨਾਮ ਕੈ ਰੰਗ। ਨਾਮ ਦੁਆਰਾ, ਸ਼ਬਦ ਦੇ ਰੰਗ ਦੁਆਰਾ ਉਹ ਪ੍ਰਭੂ ਦੇ ਨਾਲ ਰਹਿਣ ਲੱਗ ਪੈਂਦਾ ਹੈ। ਐਸੇ ਸੇਵਕ ਨੂੰ ਫਿਰ ਸਾਹਿਬ ਕਹਿੰਦੇ ਸੇਵਕ ਕੋ ਪ੍ਰਭ ਪਾਲਣਹਾਰਾ। ਸੇਵਕ ਕੀ ਰਾਖੈ ਨਿਰੰਕਾਰਾ। ਐਸੇ ਸੇਵਕ ਦੀ ਪਾਲਣਾ, ਹਿਫਾਜ਼ਤ ਉਹ ਆਪ ਕਰਦਾ ਹੈ, ਔਰ ਨਿਰੰਕਾਰ ਵਾਹਿਗੁਰੂ ਸਦੀਵ ਕਾਲ ਵਾਸਤੇ ਉਹਦੀ ਇੱਜ਼ਤ ਰੱਖਦਾ ਹੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਜਿਸ ਸੇਵਕ ਤੇ ਅਕਾਲ ਪੁਰਖ ਆਪਣੀ ਦਇਆ ਕਰ ਦਿੰਦਾ, ਕਿਰਪਾ ਕਰ ਦਿੰਦਾ ਹੈ, ਉਹ ਸੇਵਕ ਇੱਕ ਇੱਕ ਸਵਾਸ ਕਰਕੇ, ਇੱਕ ਇੱਕ ਸਵਾਸ ਦੁਆਰਾ ਉਸ ਅਕਾਲ ਪੁਰਖ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਹਜੂਰ ਕਹਿੰਦੇ ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਸਤਿਗੁਰੂ ਬੜੇ ਮਹਿੰਗੇ ਬਚਨ ਕਹਿ ਰਹੇ ਨੇ। ਸੇਵਕ ਦਾ ਪਰਦਾ ਜੀਵਨ ਦੇ ਅੰਦਰ ਅਕਾਲ ਪੁਰਖ ਆਪ ਢੱਕਦਾ ਹੈ। ਉਹਦੇ ਹਰ ਇੱਕ ਕਾਰਜ ਦੇ ਵਿੱਚ
ਕਿਸੇ ਨਾ ਕਿਸੇ ਢੰਗ ਵਿੱਚ ਸਹਾਈ ਹੁੰਦਾ ਧਿਆਨ ਦੇਣ। ਉਹਦਾ ਪਰਦਾ ਢੱਕਦਾ ਹੈ। ਤੇ ਕਈ ਵਾਰੀ ਉਹਦੇ ਜੀਵਨ ਵਿੱਚ ਇੱਕ ਇਹ ਘਟਨਾ ਵਾਪਰਦੀ ਵੀ ਉਹਦਾ ਪਰਦਾ ਢੱਕਦਾ, ਪਰ ਬਿਲਕੁਲ ਸਿਰੇ ਤੇ ਆ ਕੇ ਜਦੋਂ ਉਹਨੂੰ ਇੰਜ ਲੱਗਣ ਲੱਗ ਪੈਂਦਾ ਵੀ ਪਤਾ ਨਹੀਂ ਹੁਣ ਇਮਦਾਦ ਕਰੇਗਾ ਕਿ ਨਹੀਂ ਕਰੇਗਾ। ਆਪਣੇ ਸੇਵਕ ਕੀ ਸਰ ਪਰ ਦਾ ਮਤਲਬ ਹੈ ਜਿੱਥੇ ਸਿਰਾ ਆ ਜਾਏ ਬਿਲਕੁਲ, ਉਹ ਤਾਂ ਕਰਦਾ ਵੀ ਵੇਖੀਏ ਇਹਦੇ ਭਲਾ ਅੰਦਰ ਕਿੰਨਾ ਕੁ ਮੇਰਾ ਭਰੋਸਾ ਹੈ। ਬਿਲਕੁਲ ਸਿਰੇ ਤੇ ਲਿਜਾ ਕੇ ਨਾ ਕਿਨਾਰੇ ਤੇ, ਜਿੱਥੇ ਕਦੀ ਕਦੀ ਇਹ ਹੋਣ ਲੱਗ ਪੈਂਦਾ ਵੀ ਬਸ ਹੁਣ ਤੇ ਗਈ ਗੱਲ, ਹੁਣ ਗੱਲ ਨਹੀਂ ਰਹਿਣੀ, ਪਰ ਕੋਈ ਨਾ ਕੋਈ ਉਹਦਾ, ਕਿਉਂਕਿ ਉਹਦੇ ਹੱਥ ਬਹੁਤ ਲੰਬੇ ਨੇ। ਉਹ ਜੇ ਆਏ ਤੇ ਸਾਧ ਸੰਗਤ ਭਾਵੇਂ ਸਾਰਾ ਸੰਸਾਰ ਪਰਦੇ ਲਾਉਣ ਤੇ ਖੜਾ ਹੋ ਜਾਏ, ਉਹਨੇ ਢੱਕਣਾ ਹੈ ਤੇ ਮੂੰਹ ਬੰਦ ਕਰ ਦੇਗਾ ਲੋਕਾਂ ਦਾ। ਉਹਦੇ ਵਿੱਚ ਬਰਕਤ। ਆ ਸਤਿਗੁਰੂ ਸਿਰੇ ਦੀ ਗੱਲ ਕਰਦੇ ਵੀ ਸਿਰੇ ਤੇ ਜਾ ਕੇ ਉਹਨੂੰ ਬਚਾਉਣਾ। ਆ ਜਿਹੜਾ ਜਾਨੀ ਖਾਨ, ਇੱਕ ਮੁਸਲਮਾਨ ਫਕੀਰ ਆਇਆ ਸੀ ਗੁਰੂ ਹਰਗੋਬਿੰਦ ਸਾਹਿਬ ਕੋਲ। ਉਹਨੂੰ ਪੁੱਛਦੇ ਨੇ ਹਜ਼ੂਰ ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਮੈਨੂੰ ਜਾਨੀ ਕੋ ਜਾਨੀ ਮਿਲਾ ਦਿਓ। ਉਹਦਾ ਆਪਣਾ ਵੀ ਨਾਂ ਜਾਨੀ ਸੀ, ਜਾਨੀ ਦਾ ਅਰਥ ਸੀ ਰੱਬ। ਹਜ਼ੂਰ ਨੇ ਉਹਦੇ ਤੇ ਕਈ ਕਸਵੱਟੀਆਂ ਲਾਈਆਂ। ਪਹਿਲਾਂ ਕਹਿ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਦਰਬਾਰ, ਬਾਹਰ ਕੱਢਿਆ। ਫਿਰ ਉਹ ਬਾਹਰ ਬੈਠਾ ਸੀ, ਬਾਹਰ ਵੀ। ਫਿਰ ਉਹਨੇ ਕਿਹਾ ਮੈਨੂੰ ਜਾਨੀ ਕੋ ਜਾਨੀ ਮਿਲਾ ਦਿਓ। ਸਤਿਗੁਰੂ ਕਹਿੰਦੇ ਜਾ ਫਿਰ ਤੂੰ ਜਾਨੀ ਨੂੰ ਮਿਲਣਾ ਹੈ ਤੇ ਸਾਹਮਣੇ ਇੱਥੋਂ ਅੱਧਾ ਮੀਲ ਦੂਰ ਦਰਿਆ ਹੈ, ਦੌੜ ਕੇ ਜਾ ਉਹਦੇ ਵਿੱਚ ਛਾਲ ਮਾਰ ਦੇ। ਬਸ ਉਹਨੇ ਨਹੀਂ ਪੁੱਛਿਆ ਕਿੱਧਰ ਦਰਿਆ ਹੈ, ਕਿੰਨਾ ਡੂੰਘਾ ਹੈ। ਜੇ ਸਾਧ ਸੰਗਤ ਬਚਣ ਵਾਲਾ ਹੁੰਦਾ ਤੇ ਛਾਲ ਵੀ ਉਧਰ ਮਾਰਦਾ ਜਿੱਥੇ ਪਾਣੀ 2 ਫੁੱਟ ਹੋਣਾ ਸੀ, ਪਰ ਨਹੀਂ, ਉਹਨੇ ਨਹੀਂ ਕਿਤੋਂ ਵੇਖਿਆ ਪਾਣੀ ਕਿੰਨਾ। ਦੌੜਿਆ ਬੜੀ ਤੇਜ਼, ਤੇ ਸਤਿਗੁਰਾਂ ਨੇ ਕਾਹਲੀ ਨਾਲ ਇੱਕ ਸਿੱਖ ਨੂੰ ਕੋਲ ਬੁਲਾ ਕੇ ਕਿਹਾ ਵੀ ਇੱਕ ਸਿਰੇ ਤੋਂ ਬੁਲਾ ਕੇ ਇਹਨੂੰ ਪਤਾ ਨਾ ਲੱਗੇ, ਘੋੜੇ ਤੇ ਚੜ੍ਹ ਕੇ ਬੜੀ ਕਾਹਲ ਨਾਲ ਤੂੰ ਉੱਥੇ ਪਹੁੰਚ ਜਾ ਜਿੱਥੇ ਇਹਨੇ ਦਰਿਆ ਵਿੱਚ ਛਾਲ ਮਾਰਨੀ ਹੈ। ਇੱਕ ਖਿਆਲ ਰੱਖੀ, ਉਦੋਂ ਫੜੀ ਇਹਨੂੰ ਜਦੋਂ ਬਿਲਕੁਲ ਛਾਲ ਮਾਰਨ ਦੇ ਕਿਨਾਰੇ ਤੇ ਆ ਜਾਏ, ਉਹਦੇ ਤੋਂ ਪਹਿਲਾਂ ਇਹਨੂੰ ਪਤਾ ਨਾ ਲੱਗੇ ਵੀ ਮੈਨੂੰ ਕਿਸੇ ਨੇ ਫੜਨਾ। ਜੇ ਇਹ ਝੱਕ ਗਿਆ ਫਿਰ ਇਹਨੂੰ ਫੜੀ ਨਾ। ਜੇ ਤੈਨੂੰ ਲੱਗਾ ਕਿ ਛਾਲ ਮਾਰਨ ਲੱਗਾ ਫਿਰ ਇਹਦੀ ਬਾਂਹ ਫੜ ਕੇ ਬਚਾ ਲਈ, ਇਹਨੂੰ ਛਾਲ ਨਹੀਂ ਮਾਰਨ ਦੇਣੀ। ਆਪਣੇ ਸੇਵਕ ਕੀ ਸਰ ਪਰ ਰੱਖ ਹੈ। ਜਦੋਂ ਕਿਨਾਰੇ ਤੇ ਵਾਕਈ ਉਹਨੇ ਤੇ ਗੁਰੂ ਦਾ ਬਚਨ ਮੰਨਣਾ ਸੀ, ਉਹਨੇ ਸਾਧ ਸੰਗਤ ਛਾਲ ਮਾਰਨ ਦੇ ਜਦੋਂ ਬਿਲਕੁਲ ਕਿਨਾਰੇ ਤੇ ਗਿਆ, ਉਸ ਸਿੱਖ ਨੇ ਅੱਗੋਂ ਗਲਵਕੜੀ ਵਿੱਚ ਲੈ ਕੇ ਉਹਨੂੰ ਬਚਾ ਲਿਆ। ਇਸ ਤਰ੍ਹਾਂ ਉਹਦੇ ਤੇ ਕਿਰਪਾ ਹੋਈ। ਤਾਂ ਜਿਹੜਾ ਉਹਦਾ ਸੇਵਕ ਉਹਦੀ ਸਿਰੇ ਤੇ ਆ ਕੇ ਹਜ਼ੂਰ ਕਹਿੰਦੇ ਰੱਖਦਾ ਹੈ, ਫਿਰ ਕਹਿੰਦੇ ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਇਹ ਕੰਮ ਉਹ ਤਾਂ ਕਰਦਾ ਹੈ ਕਿ ਜੇ ਉਹਦੇ ਛੋਟੇ ਛੋਟੇ ਕੰਮ ਉਹ ਪਹਿਲਾਂ ਹੀ ਕਰਨ ਲੱਗ ਪਵੇ ਤੇ ਉਹ ਸੇਵਕ ਉਹਨੂੰ ਛੱਡ ਕੇ ਫਿਰ ਪਦਾਰਥਾਂ ਵਿੱਚ ਡਿੱਗ ਪੈਂਦਾ, ਫਸ ਜਾਂਦਾ। ਉਹਨੂੰ ਜਾਗਦਾ ਰੱਖਣ ਵਾਸਤੇ, ਕਿਉਂਕਿ ਰੱਬ ਨੂੰ ਵੀ ਕੋਈ ਚਾਹੀਦਾ ਹੁੰਦਾ ਨਾ ਵੀ ਉਹਦੇ ਕੋਲ ਬਹਿ ਕੇ 2 ਗੱਲਾਂ ਕਰੇ। ਜੇ ਸਾਰਿਆਂ ਨੂੰ ਪਦਾਰਥ ਹੀ ਦੇਈ ਜਾ, ਉਹਦੇ ਕੋਲ ਕਿੰਨੇ ਆਉਣਾ? ਉਹ 2-4 ਬੰਦੇ ਬਚਾ ਲੈਂਦਾ ਹੈ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਲੋੜ ਰਹਿੰਦੀ ਹੈ, ਫਿਰ ਅਰਦਾਸ ਕਰਨ ਜੋਗੇ ਤੇ ਰਹਿ ਜਾਣਾ ਵੀ ਆਹ ਦਿਓ ਜੀ ਉਹ ਦਿਓ। ਜੇ ਸਾਰਾ ਕੁਝ ਪੂਰਾ ਹੋ ਗਿਆ ਤੇ ਸਿੱਖ ਆਪਣੇ ਘਰ ਤੇ ਗੁਰੂ ਗੁਰਦੁਆਰੇ, ਫਿਰ ਗੱਲ ਖਤਮ ਹੋ ਗਈ। ਇਸ ਕਰਕੇ ਵਿੱਚ ਵਿੱਚ ਉਹਨੂੰ ਸਿੱਖ ਚਾਹੀਦੇ, ਤਾਂ ਕਿਤੇ ਥੋੜਾ ਥੋੜਾ ਜਿਹਾ ਕੰਮ ਅੜਾ ਕੇ ਰੱਖਦਾ। ਇਸ ਕਰਕੇ ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ, ਕਹਿੰਦੇ ਨੇ ਆਪਣੇ ਸੇਵਕ ਕੋ ਦੇ ਵਡਾਈ। ਫਿਰ ਉਹਦੀ ਵਡਿਆਈ ਵੀ ਪੂਰੀ ਕਰ ਦਿੰਦਾ ਸਿਰੇ ਤੇ ਜਾ ਕੇ ਪਰਦਾ ਢੱਕ ਕੇ। ਆਪਣੇ ਸੇਵਕ ਕੋ ਨਾਮ ਜਪਾਈ। ਇਹ ਕੰਮ ਉਹਨੂੰ ਤਾਂ ਕਰਨਾ ਪੈਂਦਾ ਵੀ ਉਹਨੇ ਆਪਣੇ ਸੇਵਕ ਤੋਂ ਨਾਮ ਜਪਾਉਣਾ ਹੁੰਦਾ। ਹਜ਼ੂਰ ਕਹਿੰਦੇ ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਏ ਨਾ ਲਾਖੈ। ਇਸ ਪਤ ਰੱਖਣ ਦੇ ਪ੍ਰੋਸੀਜਰ ਵਿੱਚ ਜੋ ਕੁਝ ਵਰਤਦਾ ਹੈ ਉਹਦਾ ਕਿਸੇ ਨੂੰ ਭੇਤ ਨਹੀਂ ਆਉਂਦਾ ਵੀ ਇਹ ਕਿਵੇਂ ਹੋ ਗਿਆ, ਕਿਹੜੇ ਤਰੀਕੇ ਨਾਲ ਹੋ ਗਿਆ, ਕਿਵੇਂ ਹੋ ਗਿਆ। ਸੰਸਾਰ ਤੇ ਕਹਿ ਦਿੰਦਾ ਵੀ ਗਿਆ ਗੁਜ਼ਰਿਆ ਹੁਣ, ਪਰ ਉਹ ਐਸੀ ਕਲਾ ਵਰਤਾ ਦਿੰਦਾ, ਉਹਦੀ ਸ਼ਕਤੀ ਨੂੰ ਕੋਈ ਨਹੀਂ ਲੱਖ ਸਕਦਾ, ਕੋਈ ਨਾ ਲੱਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ,
ਪ੍ਰਭ ਕੇ ਸੇਵਕ ਊਚ ਤੇ ਊਚੇ, ਉਹਨਾਂ ਤੱਕ ਕਿਸੇ ਦੀ ਪਹੁੰਚ ਨਹੀਂ, ਐਡੇ ਉੱਚੇ ਪ੍ਰਭੂ ਉਹਨਾਂ ਦੀ ਰਖਵਾਲੀ ਕਰਦਾ ਹੈ, ਕਿਸੇ ਦੀ ਉਹਨਾਂ ਤੱਕ ਪਹੁੰਚ ਨਹੀਂ, ਕੋਈ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ, ਉਹ ਉੱਚੇ ਤੋਂ ਉੱਚੇ ਨੇ। ਹਜ਼ੂਰ ਕਹਿੰਦੇ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਜਿਸ ਸੇਵਕ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ, ਨਜ਼ਰ ਕਰ ਦਿੰਦਾ, ਦ੍ਰਿਸ਼ਟੀ ਕਰ ਦਿੰਦਾ ਹੈ, ਫਿਰ 10 ਦਿਸ਼ਾਵਾਂ ਵਿੱਚ, ਸਾਰੇ ਸੰਸਾਰ ਵਿੱਚ ਉਹਦਾ ਨਾਂ ਚਲਾਉਂਦਾ, ਪ੍ਰਗਟ ਕਰ ਦਿੰਦਾ ਹੈ। ਉਹਦਾ ਆਪਣਾ ਮਰਜ਼ੀ ਹੁੰਦੀ, ਇਹ ਉਹਦੀ ਆਪਣੀ ਇੱਛਾ ਹੁੰਦੀ ਹੈ, ਤੇ ਜੋ ਉਹ ਚਾਹੇ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹ ਉਸੇ ਤਰ੍ਹਾਂ ਵਾਪਰ ਜਾਂਦਾ। ਇਸ ਤਰ੍ਹਾਂ ਉਸ ਸੇਵਕ ਦੀ ਵਿਆਖਿਆ ਸਤਿਗੁਰੂ ਕਰਦੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।